ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਨੂੰ ਸਭ ਤੋਂ ਜ਼ਿਆਦਾ ਖਤਰਾ ਕਿਹਦੇ ਤੋਂ ਹੈ? ਚੀਨ ਤੋਂ ਜਾਂ ਰੂਸ ਤੋਂ? ਔਰ ਜੋ ਸਪੇਸ ਸਾਇੰਟਿਸਟ ਨੇ ਅਮਰੀਕਾ ਦੇ, ਜੋ ਸਪੇਸ ਦੀ ਸਿਕਿਉਰਿਟੀ ਨੂੰ ਸਮਰਪਿਤ ਹੈ ਟੀਮ, ਉਹ ਕਹਿ ਰਹੇ ਨੇ ਕਿ ਜ਼ਿਆਦਾ ਖਤਰਾ ਸਾਨੂੰ ਚੀਨ ਤੋਂ ਹੈ, ਕਿਉਂਕਿ ਚੀਨ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਹਥਿਆਰ ਡਿਵੈਲਪ ਕਰ ਰਿਹਾ, ਮਿਜ਼ਾਈਲਾਂ ਡਿਵੈਲਪ ਕਰ ਰਿਹਾ, ਪੂਰਾ ਖਜ਼ਾਨਾ ਡਿਵੈਲਪ ਕਰਦਾ ਪਿਆ ਸਪੇਸ ਦੇ ਵਿੱਚ ਚੀਨ ਆਪਣਾ, ਤਾਂ ਕਿ ਪੂਰੀ ਤਰ੍ਹਾਂ ਨਾਲ ਚੁਣੌਤੀ ਦੇ ਸਕੇ ਪੂਰੀ ਦੁਨੀਆ ਨੂੰ, ਕਿਉਂਕਿ ਉਹ ਦੁਨੀਆ ਦਾ ਨੰਬਰ 1 ਦੇਸ਼ ਬਣਨ ਦੀ ਦੌੜ ਵਿੱਚ ਸ਼ਾਮਿਲ ਹੈ ਤੇ ਅਮਰੀਕਾ ਆਪਣੀ ਪੋਜੀਸ਼ਨ ਨਹੀਂ ਛੱਡ ਸਕਦਾ। ਅਮਰੀਕਾ ਨੂੰ ਪਤਾ ਹੈ ਕਿ ਇਸ ਵਕਤ ਰਸ਼ੀਆ ਯੂਕਰੇਨ ਦੇ ਨਾਲ ਯੁੱਧ ਦੇ ਵਿੱਚ ਉਲਝਿਆ ਹੋਇਆ ਹੈ, ਜੋ ਕਿ ਇੱਕ ਪ੍ਰੋਕਸੀ ਵਾਰ ਕਹਿੰਦੇ ਨੇ ਐਕਸਪਰਟਸ, ਕਿਉਂਕਿ ਪਿੱਛੇ ਨਾਟੋ ਦੀ ਹੀ ਸਾਰੀ ਮਦਦ ਹੈ ਔਰ ਅਮਰੀਕਾ ਮਦਦ ਕਰ ਰਿਹਾ ਹੈ ਯੂਕਰੇਨ ਦੀ ਖੁੱਲ੍ਹੇਆਮ। ਤਾਂ ਇਹ ਜਿਹੜਾ ਯੁੱਧ ਹੈ ਉਹ ਅਮਰੀਕਾ ਤੇ ਰਸ਼ੀਆ ਦੇ ਵਿੱਚ ਹੀ ਹੋ ਰਿਹਾ। ਇਟਸ ਅ ਪ੍ਰੋਕਸੀ ਵਾਰ, ਐਕਸਪਰਟਸ ਇਹਦਾ ਮੰਨਦੇ ਨੇ। ਪਰ ਜਦੋਂ ਅਸੀਂ ਆਉਂਦੇ ਹਾਂ ਚੀਨ ਦੇ ਵੱਲ, ਤਾਂ ਚੀਨ ਜਾਣਦਾ ਹੈ ਕਿ ਜਿਉਂ-ਜਿਉਂ ਰਸ਼ੀਆ ਯੁੱਧ ਦੇ ਵਿੱਚ ਹੋਰ ਉਲਝਦਾ ਜਾਏਗਾ ਯੂਕਰੇਨ ਨਾਲ, ਤਿਉਂ-ਤਿਉਂ ਉਹ ਕਮਜ਼ੋਰ ਹੋ ਸਕਦਾ ਹੈ ਤੇ ਉਹਦੀ ਪੋਜੀਸ਼ਨ ਮੈਂ ਲੈ ਸਕਦਾ। ਔਰ ਰਸ਼ੀਆ ਵੀ ਇਸ ਗੱਲ ਨੂੰ ਜਾਣਦਾ ਹੈ ਕਿ ਕਿਤੇ ਇਹ ਹਾਲਾਤ ਨਾ ਹੋ ਜਾਣ ਕਿ ਮੈਨੂੰ ਚੀਨ ਦੇ ਉੱਤੇ ਡਿਪੈਂਡ ਕਰਨਾ ਪਵੇ। ਹਾਲਾਂਕਿ ਚੀਨ ਰਸ਼ੀਆ ਦਾ ਚੰਗਾ ਮਿੱਤਰ ਹੈ, ਕਿਉਂਕਿ ਬੇਸਿਕਲੀ ਦੋਨੋਂ ਕਮਿਊਨਿਸਟ ਕੰਟਰੀ ਰਹੇ ਨੇ ਪੁਰਾਣੇ ਵਕਤਾਂ ਦੇ ਵਿੱਚ। ਅੱਜ ਉਹ ਚੀਜ਼ ਬਦਲ ਚੁੱਕੀ ਹੈ, ਦੌਰ ਬਦਲ ਚੁੱਕਾ ਹੈ। ਅੱਜ ਸਰ ਕਮਰਸ਼ੀਅਲਾਈਜ਼ ਹੋ ਚੁੱਕੇ ਨੇ, ਅੱਜ ਸਰ ਕੈਪੀਟਲਿਸਟ ਹੋ ਚੁੱਕੇ ਨੇ। ਸੋ ਇਹ ਗੱਲਾਂ ਵੱਖਰੀਆਂ ਨੇ, ਇਹ ਇਕੋਨਮੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਪਰ ਜੋ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਅਮਰੀਕਾ ਸਭ ਤੋਂ ਜ਼ਿਆਦਾ ਸੁਚੇਤ ਹੈ ਚੀਨ ਤੋਂ, ਕਿਉਂਕਿ ਚੀਨ ਬਹੁਤ ਜ਼ਬਰਦਸਤ ਟੱਕਰ ਦੇ ਰਿਹਾ ਹੈ ਸਪੇਸ ਦੇ ਵਿੱਚ ਰੂਸ ਨੂੰ ਵੀ ਤੇ ਅਮਰੀਕਾ ਨੂੰ ਵੀ, ਕਿਉਂਕਿ ਚੀਨ ਆਪਣੀਆਂ ਬਹੁਤ ਜ਼ਿਆਦਾ ਮਿਜ਼ਾਈਲਸ ਔਰ ਟੈਕਨੋਲੋਜੀ ਸਪੇਸ ਦੇ ਵਿੱਚ ਡਿਵੈਲਪ ਕਰ ਰਿਹਾ ਹੈ। ਨਾਲ ਇੱਕ ਖਬਰ ਹੋਰ ਗਰਮ ਹੈ, ਉਹ ਵੀ ਇਸੇ ਤਰ੍ਹਾਂ ਯੁੱਧ ਦੀ ਹੋਈ ਹੈ। ਯੁੱਧ ਕਿੱਦਾਂ ਕਿ ਜਿਹੜੀਆਂ 2024 ਦੀਆਂ ਇਲੈਕਸ਼ਨਸ ਹੋਣੀਆਂ ਨੇ ਅਮਰੀਕਾ ਦੇ ਵਿੱਚ, ਡੋਨਾਲਡ ਟਰੰਪ ਕਹਿੰਦੇ ਨੇ, ਹਾਲਾਂਕਿ ਉਹਨਾਂ ਦੇ ਉੱਤੇ ਤੀਜਾ ਮੁਕੱਦਮਾ ਵੀ ਚੱਲਦਾ ਪਿਆ, ਉਹ ਇਹ ਕਹਿ ਰਹੇ ਨੇ ਕਿ ਜਿਉਂ-ਜਿਉਂ ਮੇਰੇ ਉੱਤੇ ਮੁਕੱਦਮੇ ਚਲਾਓਗੇ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋਗੇ, ਮੇਰੇ ਉੱਤੇ ਐਕਸ਼ਨ ਲਵੋਗੇ, ਤਿਉਂ-ਤਿਉਂ ਮੈਂ ਮਸ਼ਹੂਰ ਹੋਵਾਂਗਾ, ਲੋਕਾਂ ਦੇ ਦਿਲਾਂ ਵਿੱਚ ਛਾ ਜਾਵਾਂਗਾ ਤੇ 2024 ਦੀਆਂ ਇਲੈਕਸ਼ਨਸ ਵਾਸਤੇ ਮੈਨੂੰ ਖਾਸ ਫਾਇਦਾ ਮਿਲਣ ਵਾਲਾ ਹੈ, ਕਿਉਂਕਿ ਉਹ ਸ਼ਿਓਰ ਨੇ ਕਿ ਉਹ ਸੈਕਿੰਡ ਟਰਮ ਵਾਸਤੇ ਜ਼ਰੂਰ ਆਉਣਗੇ, ਉਹੀ ਜਿੱਤਣਗੇ ਇਸ ਵਾਰ 2024 ਦੀਆਂ ਇਲੈਕਸ਼ਨਸ ਦੇ, ਬਣਨਗੇ ਅਮਰੀਕਾ ਦੇ ਪ੍ਰੈਜ਼ੀਡੈਂਟ। ਔਰ ਉਧਰ ਬਾਈਡਨ ਸਾਹਿਬ ਵੀ ਕਹਿੰਦੇ ਨੇ ਕਿ ਮੈਂ ਸੈਕਿੰਡ ਟਰਮ ਦੇ ਵਾਸਤੇ ਜ਼ਰੂਰ ਪ੍ਰੈਜ਼ੀਡੈਂਟ ਦੀ ਦੌੜ ਦੇ ਵਿੱਚ ਸ਼ਾਮਿਲ ਹੋਵਾਂਗਾ। ਸੋ ਇਹ ਗੱਲ ਜਾ ਕੇ ਕਿੱਥੇ ਬੈਠਦੀ ਹੈ ਇਹ ਤਾਂ ਸਮਾਂ ਦੱਸੇਗਾ। ਪਰ ਫਿਲਹਾਲ ਚੱਲਦੇ ਹਾਂ ਆਪਣੇ ਭਾਰਤ ਦੇ ਮਸਲਿਆਂ ਵੱਲ, ਆਪਣੇ ਪੰਜਾਬ ਦੇ ਮਸਲਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਮਰੀਕਾ 'ਚ ਡੋਨਲਡ ਟਰੰਪ ਦੀ ਸਥਿਤੀ ਬੜੀ ਇਸ ਵੇਲੇ ਦੋਸ਼ਾਂ ਨਾਲ ਭਰ ਗਈ ਹੈ, ਔਰ ਉਸੇ ਤਰ੍ਹਾਂ ਹੀ ਰਾਹੁਲ ਗਾਂਧੀ ਨਾਲ ਵੀ ਉਹੀ ਕੁਝ ਹੋ ਰਿਹਾ। ਔਰ ਇਲੈਕਸ਼ਨ ਇੱਥੇ ਵੀ ਆ ਅਤੇ ਉੱਥੇ ਵੀ ਆ, ਉਹ ਵੀ ਇਸ ਸਥਿਤੀ 'ਚੋਂ ਗੁਜ਼ਰ ਰਹੇ ਆ ਅਤੇ ਉਹਨਾਂ ਵੀ ਕਹਿਤਾ ਕਿ ਮੈਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ, ਚੋਣਾਂ ਵਿੱਚ ਕਾਮਯਾਬੀ ਹਾਸਲ ਕਰੂੰਗਾ। ਅਤੇ ਆਪਣੇ ਇੰਡੀਆ ਵਿੱਚ ਵੀ ਇਹੋ ਹੀ ਗੱਲ ਹੈ, ਲੋਕਾਂ ਦਾ ਪੱਖ ਜਿਹੜਾ ਇਸ ਵੇਲੇ ਰਾਹੁਲ ਗਾਂਧੀ ਵਾਲਾ ਹੋਇਆ ਵਾ। ਬਿਲਕੁਲ। ਔਰ ਇਹ ਖਬਰਾਂ ਭਾਰਤ ਦੀਆਂ ਨੇ, ਤੁਸੀਂ ਅਮਰੀਕਾ ਦੀਆਂ ਖਬਰਾਂ ਜਾਂ ਅਮਰੀਕਾ ਦੇ ਮੁੱਦਿਆਂ ਨੂੰ ਛੂਹਿਆ ਹੈ। ਅਤੇ ਹੁਣ ਮੇਰਾ ਖਿਆਲ ਹੈ ਕਿ ਪੰਜਾਬ ਔਰ ਇੰਡੀਆ ਦੇ ਉਹ ਐਸੇ ਮੁੱਦੇ ਲਏ ਜਾਣ ਜਿਹੜੇ ਸਾਡੇ ਜਾਣਕਾਰ, ਸਾਡੇ ਜਿਹੜੇ ਦਰਸ਼ਕ ਨੇ ਉਹ ਚਾਹ ਰਹੇ ਨੇ, ਉਹ ਕੇਂਦਰ ਬਿੰਦੂ ਨੇ ਕਿ ਉਹ ਮਸਲੇ ਚਾਹੀਦੇ। ਬਿਲਕੁਲ, ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ ਬੇਸ਼ੱਕ ਰਾਹੁਲ ਗਾਂਧੀ ਨੂੰ, ਜਿੱਦਾਂ ਤੁਸੀਂ ਰਾਹੁਲ ਗਾਂਧੀ ਜੀ ਦਾ ਜ਼ਿਕਰ ਕੀਤਾ ਹੈ। ਹਾਈ ਕੋਰਟ ਨੇ ਤਾਂ ਸੇਮ ਸਜ਼ਾ ਬਰਕਰਾਰ ਰੱਖੀ ਸੂਰਤ ਗੁਜਰਾਤ ਦੇ ਵਿੱਚ, ਔਰ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੇ ਨੇ, ਕਿਉਂਕਿ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਹੋਇਆ ਸੀ ਮਸਲਾ, ਔਰ ਸੂਰਤ ਦੇ ਵਿੱਚ ਜਾ ਕੇ ਕੇਸ ਦਾਇਰ ਕੀਤਾ ਗਿਆ ਔਰ ਰਾਹੁਲ ਗਾਂਧੀ ਦੇ ਖਿਲਾਫ ਹੋਇਆ ਫੈਸਲਾ। ਕੁਐਸਚਨੇਬਲ ਬਣਦਾ ਹੈ ਕਿੱਦਾਂ, ਜੋ ਐਕਸਪਰਟਸ ਉਹਦੀ ਐਕਸਪਲੇਨੇਸ਼ਨਸ ਦਿੰਦੇ ਨੇ। ਖੈਰ ਉਹ ਵੱਖਰਾ ਡਿਬੇਟ ਦਾ ਵਿਸ਼ਾ। ਫਿਲਹਾਲ ਇਹ ਹੈ ਕਿ ਉਹਨਾਂ ਦੀ ਜੋ ਸਦੱਸਤਾ ਹੈਗੀ ਹੈ ਪਾਰਲੀਮੈਂਟ ਦੀ, ਉਹ ਬਹਾਲ ਨਹੀਂ ਹੋਈ, ਹਾਲਾਂਕਿ ਸਜ਼ਾ ਉੱਤੇ ਰੋਕ ਲਗਾ ਦਿੱਤੀ ਗਈ ਹੈ ਔਰ ਉਹਨਾਂ ਦੀ ਅਗਲੀ ਪੇਸ਼ੀ ਦੀਆਂ ਡੇਟਸ ਦਿੱਤੀਆਂ ਜਾ ਰਹੀਆਂ ਨੇ। ਸੋ ਹੁਣ ਡਿਬੇਟ ਇਹ ਬਣੀ ਹੋਈ ਹੈ ਕਿ ਸੁਪਰੀਮ ਕੋਰਟ ਵੱਲੋਂ ਰਾਹਤ ਮਿਲ ਗਈ, ਉਹਨਾਂ ਦੀ ਸਜ਼ਾ ਦੇ ਉੱਤੇ ਸਟੇ ਕਰ ਦਿੱਤਾ ਗਿਆ ਹੈ। ਫਿਲਹਾਲ ਉਹਨਾਂ ਨੂੰ ਮਤਲਬ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ, ਤੇ ਫਿਰ ਕਿਉਂ ਨਹੀਂ ਮੈਂਬਰਸ਼ਿਪ ਬਹਾਲ ਕੀਤੀ ਜਾ ਰਹੀ? ਇਹ ਮਸਲਾ ਬੜੀ ਦੇਰ ਤੋਂ ਲਟਕ ਰਿਹਾ ਸੀਗਾ, ਜਿਹਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀਗਾ ਉਪਨਾਮ ਜਿਹੜਾ ਉਹਨਾਂ ਦੇ ਮੋਦੀ ਸਾਹਿਬ ਦੇ ਉਪਨਾਮ ਜਿਹੜੇ ਉਹਨਾਂ ਨੇ ਲਏ ਸੀਗੇ, ਉਹਦੇ 'ਤੇ ਇਹ ਇੱਕ ਜਾਚਕਾ ਸੀਗਾ, ਉੱਤੇ ਕੇਸ ਸੀਗਾ, ਔਰ ਉਹਦੇ 'ਤੇ ਉਹਨਾਂ ਨੂੰ ਚੌਕੀਦਾਰ ਵੀ ਕਿਹਾ, ਕਈ ਕੁਝ ਚੋਰ ਵੀ ਕਿਹਾ, ਔਰ ਕਈ ਚੀਜ਼ਾਂ ਜਿਹੜੇ ਉਪਨਾਮ ਲਏ ਆ। ਪਰ ਉਹਨੂੰ ਉਹਨਾਂ ਨੇ ਬੜੇ ਸੀਰੀਅਸ ਤਰੀਕੇ ਨਾਲ, ਗੰਭੀਰ ਤਰੀਕੇ ਨਾਲ ਕੋਰਟ 'ਚ ਜਾਚਕਾ ਦਾਇਰ ਕਰਕੇ ਦਿੱਤਾ। ਔਰ ਸੂਰਤ ਗੁਜਰਾਤ ਦੀ ਜਿਹੜੀ ਹਾਈ ਕੋਰਟ ਆ, ਉਹਨੇ ਕਹਿਤਾ ਸੀਗਾ ਕਿ ਇਹਨੂੰ 2 ਸਾਲ ਸਜ਼ਾ, ਇਹਦਾ ਰੈਜ਼ੀਡੈਂਸ ਜਿਹੜਾ ਉਹ ਵੀ ਇੱਥੋਂ ਨਹੀਂ ਰਹੂਗਾ, ਔਰ ਇਹਦੀ ਜਿਹੜੀ MP ਦੀ ਸੰਸਦ ਦੀ ਜਿਹੜੀ ਮੈਂਬਰਸ਼ਿਪ ਆ ਉਹ ਵੀ ਬਰਖਾਸਤ ਕਰ ਦਿੱਤੀ ਗਈ ਹੈ। ਪਰ ਉਹਦੋਂ ਬਾਅਦ ਇਹਨੇ ਛੇਤੀ ਇਹਨੇ ਚੱਕਿਆ ਅਤੇ ਕੇਸ ਦਾਇਰ ਕਰ ਦਿੱਤਾ ਸੁਪਰੀਮ ਕੋਰਟ 'ਚ,
ਸੁਪਰੀਮ ਕੋਰਟ 'ਚੋਂ ਕੱਲ੍ਹ ਹੀ ਇਹਨਾਂ ਨੂੰ 2 ਦਿਨ ਪਿੱਛੇ ਜਦੋਂ ਇਹਨਾਂ ਨੂੰ ਰਾਹਤ ਮਿਲ ਗਈ ਹੈ, ਉਹਦੇ ਵਿੱਚ ਇਹਨਾਂ ਨੂੰ ਕਹਿਤਾ ਕਿ ਹੁਣ ਉਸੇ ਤਰ੍ਹਾਂ ਹੀ ਦੁਬਾਰਾ ਮੈਂਬਰ ਪਾਰਲੀਮੈਂਟ ਰਹਿਣਗੇ ਔਰ ਸਾਰਾ ਕੁਝ ਉਹਦੇ 'ਚ ਪੂਰਾ ਨਿਆਂ ਦੇ ਤਰੀਕੇ ਨਾਲ ਜਾਣਗੇ। ਜੁਡੀਸ਼ਰੀ ਨੇ ਇਹ ਹੁਕਮ ਕਰ ਦਿੱਤਾ ਸੀ, ਪਰ ਉਹ ਜਿੱਦਾਂ ਦੇ ਨੇ ਪੰਜਾਬੀ ਵਿੱਚ ਵੀ ਕਿੱਲੇ ਨੂੰ ਖੋਲ੍ਹ ਕੇ ਢੱਗਾ ਤੇ ਉਹਨੂੰ ਗੱਡੇ ਨਾਲ ਬੰਨ੍ਹ ਦਿੱਤਾ ਜਾਵੇ। ਹੁਣ ਇਹਨਾਂ ਨੇ ਕਿੱਲੇ ਨੂੰ ਖੋਲ੍ਹ ਕੇ ਦੂਜੇ ਪਾਸੇ ਸੁਪਰੀਮ ਕੋਰਟ ਨੇ ਰਾਹ ਦੇ ਦਿੱਤੀ ਹੈ, ਪਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਸਾਰਾ ਫੈਸਲਾ ਫਿਰ ਪਾਰਲੀਮੈਂਟ ਦੇ ਮੈਂਬਰਸ ਦਾ ਸਰਕਾਰ ਕਰੂਗੀ। ਹੁਣ ਸਰਕਾਰ 26 ਘੰਟੇ ਹੋ ਗਿਆ, ਅਜੇ ਤੱਕ ਉਹਨੂੰ ਕੁਝ ਨਹੀਂ ਦਿੱਤਾ, ਨਾ ਉਹਨੂੰ ਵਾਪਸ ਉਹਦਾ ਰੈਜ਼ੀਡੈਂਸ ਦਿੱਤਾ। ਉਹ ਅਜੇ ਉਹ ਰੈਜ਼ੀਡੈਂਸ ਤਾਂ ਉਹਨਾਂ ਦਾ ਆਪਣਾ ਹੈਗਾ ਜਿਹੜਾ ਲੋਕਲ ਹੈ ਦਿੱਲੀ, ਪਰ ਜਿਹੜਾ ਸਰਕਾਰੀ ਉਹ ਵੀ ਖੋਲ੍ਹਿਆ ਉਹ ਨਹੀਂ ਦਿੱਤਾ ਗਿਆ। ਦੂਜਾ ਇਹਨੂੰ ਅਜੇ ਤੱਕ ਮੈਂਬਰਸ਼ਿਪ ਬਹਾਲ ਨਹੀਂ ਕੀਤੀ ਤੇ ਰਿਹਾ ਕੀ ਫਿਰ ਕੀ ਸੁਪਰੀਮ ਕੋਰਟ ਤੋਂ ਮਿਲ ਗਿਆ। ਇਹ ਸਾਡੇ ਲੋਕਤੰਤਰ 'ਚ ਇੱਦਾਂ ਦੀਆਂ ਜਿਹੜੇ ਪਹਾੜੇ ਗਿਣੇ ਜਾਂਦੇ ਆ, ਉਹ 2 ਦੂਣੀ 4 ਨਹੀਂ ਹੁੰਦਾ, 2 ਦੂਣੀ 5 ਕਰ ਦਿੰਦੇ ਆ। ਹੁਣ ਉਹ 2 ਦੂਣੀ 5 ਵਾਲਾ ਮਸਲਾ ਆ ਗਿਆ। ਔਰ ਤੁਸੀਂ ਗੱਲ ਹੁਣੇ ਕੀਤੀ ਡੋਨਾਲਡ ਟਰੰਪ ਦੀ, ਮੈਂ ਤਦ ਕਰਕੇ ਇਹ ਗੱਲ ਛੇੜੀ ਸੀ ਕਿ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਵੀ ਸਾਰਾ ਕੁਝ ਉਹੀ ਹੋ ਰਿਹਾ ਜੋ ਲੋਕ ਨਹੀਂ ਚਾਹੁੰਦੇ। ਹੁਣ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਇਹ ਸਗੋਂ ਇਹ ਉਲਟਾ ਪੈਣਾ ਇਹਨਾਂ ਨੂੰ। ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈਗੀ ਕੇਂਦਰ, ਇਹਨਾਂ ਨੂੰ ਉਲਟਾ ਪਊਗਾ। ਲੋਕ ਉਹਦੇ ਨੇੜੇ ਆ ਗਏ ਆ। ਜਦੋਂ ਉਹਨੇ ਭਾਰਤ ਜੋੜੋ ਯਾਤਰਾ ਕੀਤੀ ਸੀ, ਉਹ ਉਦੋਂ ਪਹਿਲੋਂ ਮਨੀਪੁਰ 'ਚੋਂ ਵੀ ਹੋਇਆ ਆ, ਇੰਫਾਲ 'ਚ ਵੀ ਘੁੰਮ ਆਇਆ, ਸਾਰਾ ਲੋਕਾਂ ਨੂੰ ਗਲੇ ਲਾਇਆ, ਉਹਨਾਂ ਨੂੰ ਘੁੰਮਿਆ ਵੀ ਹੈਗਾ। ਲੋਕਾਂ ਦੀ ਨੇੜਤਾ ਵੱਧ ਗਈ ਹੈ, ਪਰ ਇਹਦਾ ਨੁਕਸਾਨ ਕਿਹਨੂੰ ਹੋਗਾ? ਜਿਹੜੀ NDA ਸਰਕਾਰ ਹੈ, ਜਿਹੜੀ ਭਾਜਪਾ ਸਰਕਾਰ, ਉਹਨੂੰ ਹੋਗਾ। ਜਿਸ ਤਰ੍ਹਾਂ ਤੁਸੀਂ ਦੱਸ ਦਿੱਤਾ ਹੈਗਾ ਕਿ ਜੋ ਕੁਝ ਉੱਥੇ ਵਾਪਰਿਆ ਅਮਰੀਕਾ 'ਚ ਉਹੀ ਇੰਡੀਆ 'ਚ। ਐਕਚੁਅਲੀ ਜੋ ਮਨੀਪੁਰ ਦੀ ਘਟਨਾ ਹੈ, ਉਸ ਤੋਂ ਬਾਅਦ ਨਿਊ ਹਰਿਆਣਾ ਦੀ ਜੋ ਘਟਨਾ ਹੈ, ਔਰ ਹੋਰ ਵੀ ਜਿੱਥੇ ਜਿੱਥੇ ਛਿਟਪੁਟ ਘਟਨਾਵਾਂ ਹੁੰਦੀਆਂ ਨੇ, ਉਹਦਾ ਮਾਹਿਰ ਮੰਨਦੇ ਨੇ ਕਿ ਭਾਜਪਾ ਦੀ ਜੋ 2024 ਦੀ ਇਲੈਕਸ਼ਨ ਕੈਂਪੇਨ ਹੈ, ਜੋ ਸਟ੍ਰੈਟਜੀ ਹੈ, ਉਹਦੇ ਉੱਤੇ ਮਾੜਾ ਅਸਰ ਪੈਣਾ। ਔਰ ਇਹ ਕਿੱਦਾਂ ਕਵਰ ਅਪ ਕਰਦੇ ਨੇ ਇਹਦਾ ਟਾਈਮ ਦੱਸੇਗਾ, ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਗੱਲ ਵਸੀ ਹੈ ਕਿ ਪਰਵਾਹ ਨਹੀਂ ਕੀਤੀ ਇਹਨਾਂ ਨੇ। ਇਹ ਅਕਸਰ ਕਿਹਾ ਜਾਂਦਾ ਕਿ ਇਹ ਪਰਵਾਹ ਨਹੀਂ ਕਰਦੇ। ਵੈਸੇ ਇੱਥੇ ਨੁਕਤਾ ਆ ਕੇ ਨਿਬੜਦਾ ਕਿ ਜੇ ਇਹਨਾਂ ਦੇ ਸ਼ਾਸਤ ਪ੍ਰਦੇਸ਼ ਆ, ਇਹਨਾਂ ਦਾ ਉੱਤੇ ਹੁਕਮ ਚੱਲ ਰਿਹਾ, ਇਹਨਾਂ ਦੇ ਮੁੱਖ ਮੰਤਰੀ, ਇਹਨਾਂ ਦੇ ਮੰਤਰੀ ਮੰਡਲ ਆ, ਫਿਰ ਜੇ ਸਾਜ਼ਿਸ਼ ਦੇ ਤਹਿਤ ਜੇ ਉੱਥੇ ਕੁਝ ਹੋ ਵੀ ਗਿਆ ਇਹਨਾਂ ਵੱਲੋਂ ਜਾਂ ਕਿਸੇ ਵੱਲੋਂ, ਜੇ ਇਮੀਡੀਏਟ ਕੰਟਰੋਲ ਕਰਨਾ ਚਾਹੁੰਦੇ ਤੇ ਇਹਨਾਂ ਦੇ ਲਈ ਵੋਟ ਬੈਂਕ ਫਿਰ ਵੱਡਾ ਬਣ ਜਾਣਾ ਸੀਗਾ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਵੋਟ ਬੈਂਕ ਦਾ ਤਰੀਕਾ ਵੀ ਹੈਗਾ, ਪਰ ਲੋਕਾਂ ਦੇ ਪ੍ਰਤੀ ਇਹਨਾਂ ਨੂੰ ਨੁਕਸਾਨ ਉਠਾਉਣਾ ਪਊਗਾ ਕਿਉਂਕਿ ਉਹਨੂੰ ਲਟਕਦਾ ਰਹਿਣ ਦਿੱਤਾ। ਜੇ ਇਹਨੂੰ ਹੱਲ ਕਰ ਦਿੰਦੇ, ਕਈ ਵਾਰੀ ਹੁੰਦਾ ਨਾ ਅੱਗ ਲਾ ਕੇ ਤੁਸੀਂ ਬੁਝਾਤੀ, ਅੱਗ ਲਾ ਕੇ ਬੁਝਾਤੀ ਤੇ ਤੁਹਾਡਾ ਲਾਉਣ ਵਾਲੇ 'ਚ ਨਹੀਂ ਹੋਣਾ, ਬੁਝਾਉਣ ਵਾਲੇ 'ਚ ਨਾ ਆ ਜਾਣਾ। ਹੁਣ ਇਹਨਾਂ ਨੂੰ ਬੁਝਾਉਣ ਵਾਲੇ 'ਚ ਹੋਣਾ ਚਾਹੀਦਾ, ਥੋੜ੍ਹਾ ਬਹੁਤ ਪਾਣੀ ਪਾ ਦਿੰਦੇ, ਸਭ ਕੁਛ ਆ। ਦੁੱਖ ਦਾ ਮਸਲਾ ਉਹਨੂੰ ਰੋਕ ਲੈਂਦੇ। ਹੁਣ ਉਹ ਬਣ ਗਿਆ ਲਾਂਬੂ, ਉਹਦੀਆਂ ਲਪਟਾਂ ਤੇਜ਼ ਹੋ ਗਈਆਂ, ਉਹ ਉੱਪਰੋਂ ਸਿਰ ਤੋਂ ਵੀ ਨਿਕਲ ਗਈਆਂ, ਉਹਨੂੰ ਨਹੀਂ ਰੋਕ ਸਕੇ। ਇਹ ਵੱਡਾ ਭੁਚਾਲ ਹੈ ਸਾਰੇ ਦੇਸ਼ ਵਿੱਚ। ਬਿਲਕੁਲ ਭੁਚਾਲ ਹੈ। ਔਰ ਦੇਖੋ ਹਰ ਤਰ੍ਹਾਂ ਦੀ ਵਿਚਾਰਧਾਰਾ ਹੈ। ਕੁਝ ਲੋਕ ਇਹਨਾਂ ਦੇ ਹੱਕ ਵਿੱਚ ਨੇ, ਕੁਝ ਲੋਕ ਇਹਨਾਂ ਦੇ ਖਿਲਾਫ ਨੇ। ਹੁਣ ਇਹ ਮਾਹੌਲ ਜੋ ਟੋਟਲੇ ਬਣਿਆ ਹੋਇਆ ਕਿ ਜਿਹੜਾ ਆਮ ਆਦਮੀ ਹੈ ਭਾਰਤ ਦਾ, ਉਹ ਸਹਿਮਿਆ ਹੋਇਆ, ਡਰਿਆ ਹੋਇਆ, ਦਹਿਸ਼ਤ ਆ ਗਈ, ਕਹਿੰਦਾ ਕਿ ਪਤਾ ਨਹੀਂ ਕੀ ਹੋ ਜਾਣਾ ਅੱਗੇ ਚੱਲ ਕੇ, ਪਤਾ ਨਹੀਂ ਕੀ ਹੋਣਾ। ਇੱਧਰੋਂ ਉਹ ਇਕਨੋਮੀ ਤੋਂ ਡਰਿਆ ਹੋਇਆ ਕਿ ਬੈਂਕ ਦੇ ਵਿੱਚ ਜਿਹੜਾ ਉਹਦਾ ਪੈਸਾ ਪਿਆ ਉਹ ਸੁਰੱਖਿਅਤ ਹੈ, ਇਸ ਗੱਲ ਨੂੰ ਲੈ ਕੇ ਉਹ ਹਮੇਸ਼ਾ ਸੋਚਦਾ ਰਹਿੰਦਾ। ਦੂਜਾ, ਘਰੋਂ ਬਾਹਰ ਨਿਕਲਿਆ ਉਹ ਸੁਰੱਖਿਅਤ ਹੈ, ਘਰ ਕਿੱਦਾਂ ਆਏਗਾ, ਕਿਸ ਰੂਪ ਵਿੱਚ ਆਏਗਾ, ਸਰਕਾਰ ਕਿੱਦਾਂ ਉਹਦੀ ਨਿਗਰਾਨੀ ਕਰਦੀ ਪਈ ਹੈ, ਕਿਤੇ ਸ਼ਹਿਰ ਦੇ ਵਿੱਚ ਕੋਈ ਗੜਬੜ ਤਾਂ ਨਹੀਂ ਹੈਗੀ, ਕਿਸੇ ਕੋਈ ਸੜਕ ਦੇ ਉੱਤੇ ਕੋਈ ਹਾਦਸਾ ਤਾਂ ਨਹੀਂ ਹੈਗਾ। ਮਤਲਬ ਡਰ ਦੇ ਵਿੱਚ ਜੀ ਰਿਹਾ ਹੈ, ਔਰ ਇਹ ਡਰ ਜਿਹੜਾ ਹੈ ਨਾ ਉਹ ਜ਼ਿੰਦਗੀ ਨੂੰ ਜਿਉਣ ਨਹੀਂ ਦਿੰਦਾ। ਇਸ ਕਰਕੇ ਹਰ ਥਾਂ ਦੇ ਉੱਤੇ ਨਾ ਇੱਕ ਬਦਲਾਅ ਦੀ ਲੋਕਾਂ ਦੇ ਵਿੱਚ, ਜਿਵੇਂ ਪੰਜਾਬ ਦੇ ਵਿੱਚ ਕਿਸੇ ਵਕਤ ਬਣੀ ਸੀ ਵਿਚਾਰਧਾਰਾ, ਬਦਲਾਅ ਦੀ ਵਿਚਾਰਧਾਰਾ ਹੈ ਕਿ ਇੱਦਾਂ ਦਾ ਬਦਲਾਅ ਆਵੇ ਕਿ ਅਸੀਂ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਸਕੂਨ ਨਾਲ ਰਹਿ ਸਕੀਏ। ਕਿਉਂਕਿ ਲੋਕ ਨਾ ਹੁਣੇ ਬਰਦਾਸ਼ਤ ਨਹੀਂ ਕਰ ਸਕਦੇ, ਇੱਥੇ ਝਗੜਾ, ਉੱਥੇ ਝਗੜਾ, ਇੱਥੇ ਧਰਮ ਦੇ ਨਾਂ ਦੇ ਉੱਤੇ ਜਿੱਦਾਂ ਹੋ ਗਿਆ ਹਰਿਆਣਾ ਦੇ ਵਿੱਚ, ਜਾਤੀ ਦੇ ਨਾਂ ਦੇ ਉੱਤੇ ਹੋ ਗਿਆ ਮਨੀਪੁਰ ਦੇ ਵਿੱਚ। ਮਤਲਬ ਇਹ ਝਗੜੇ ਜਿਹੜੇ ਨੇ ਨਾ ਆਮ ਲੋਕਾਂ ਨੂੰ ਹਜ਼ਮ ਨਹੀਂ ਹੁੰਦੇ, ਆਮ ਲੋਕ ਇਹਨਾਂ ਨੂੰ ਪਸੰਦ ਹੀ ਨਹੀਂ ਕਰਦੇ, ਕਿਉਂਕਿ ਆਮ ਇਨਸਾਨ ਨੂੰ ਚਾਹੀਦੀ ਹੈ ਸਕੂਨ ਦੀ ਜ਼ਿੰਦਗੀ, ਉਹਦੇ ਮਸਲਿਆਂ ਦਾ ਹੱਲ। ਜੇ ਉਹ ਨਹੀਂ ਹੈਗਾ ਤੇ ਫਿਜ਼ੂਲ ਦੀਆਂ ਗੱਲਾਂ ਲੱਗਦੀਆਂ ਨੇ ਉਹਨੂੰ ਕਿ ਇਹ ਜਿਹੜੇ ਰਾਜਨੀਤੀ ਕਰਨ ਵਾਲੇ ਨੇ, ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੇ, ਇਹ ਮੇਰੀ ਪਾਰਟੀ, ਮੇਰੀ ਕੁਰਸੀ ਆਪਸ ਦੇ ਵਿੱਚ ਹੀ ਖੇਡਦੇ ਪਏ ਨੇ। ਆਮ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਵੈਸੇ ਜਿੱਦਾਂ ਰਾਹੁਲ ਗਾਂਧੀ ਦੀ ਗੱਲ ਕੀਤੀ ਆ, ਉਹ ਆਪਾਂ ਨੂੰ ਉਹਦਾ ਨਿਬੇੜਾ ਕਰਦੇ ਹਾਂ ਕਿ ਰਾਹੁਲ ਗਾਂਧੀ ਵੀ ਦਹਿਸ਼ਤ ਵਿੱਚੋਂ ਗੁਜ਼ਰਿਆ, ਉਹਦੇ ਵਿੱਚ ਵੀ ਡਰ ਰਿਹਾ। ਬਿਲਕੁਲ, ਕਿਉਂਕਿ ਰਿਹਾ ਈਡੀ ਦੇ ਪਹਿਲੋਂ ਪੇਸ਼ ਹੁੰਦੇ ਰਹੇ, ਉਹਦੇ ਮਦਰ ਜਿਹੜੇ ਆ ਸੋਨੀਆ ਗਾਂਧੀ, ਉਹ ਵੀ ਈਡੀ ਦੇ ਪੇਸ਼ ਹੁੰਦੇ ਰਹੇ, ਫਿਰ ਉਹਦੇ 'ਤੇ ਕਈ ਏਜੰਸੀਆਂ ਲਾਤੀਆਂ ਗੁਫੀਆ, ਔਰ ਉਸ ਤੋਂ ਬਾਅਦ ਫਿਰ ਉਹਨੂੰ ਸੰਸਦ ਤੋਂ ਬਰਖਾਸਤ ਕਰ ਦਿੱਤਾ ਗਿਆ। ਔਰ ਪਾ ਲਾ ਕੇ ਜੇ ਸੁਪਰੀਮ ਕੋਰਟ ਨੇ ਉਹਦੀ ਗੱਲ ਸੁਣੀ ਆ, ਸੁਪਰੀਮ ਕੋਰਟ ਨੇ ਰਾਹਤ ਦਿੱਤੀ ਆ, ਅਤੇ ਹੁਣ ਉਹ ਫਿਰ ਉਹਨਾਂ ਦਾ ਹੱਥ ਵਿੱਚ ਆ ਗਿਆ ਸਾਰਾ ਕੁਝ ਸਕੰਜਾ। ਹੁਣ ਉਹਨਾਂ ਨੇ ਉਹਨੂੰ ਉਸ ਪਾਸੇ ਨਹੀਂ ਆਉਣ ਦਿੱਤਾ, ਉਹਦਾ ਜੋ ਕੁਝ ਹੁਕਮ ਸੀਗਾ ਉਹਨੂੰ ਇੰਪਲੀਮੈਂਟ ਨਹੀਂ ਹੋਣ ਦਿੱਤਾ। ਇਹ ਵੀ ਇੱਕ ਦਹਿਸ਼ਤ ਹੈ, ਇਹ ਵੀ ਇੱਕ ਮਨ ਦੇ ਵਿੱਚ ਜਿਹੜਾ ਉਹਦੇ ਵਿੱਚ ਨੁਕਸਾਨ ਪਹੁੰਚਾਉਣ ਵਾਲੀ ਜਿਹੜੀ ਇੱਕ ਸੋਚ ਹੁੰਦੀ ਆ ਮਨ ਨੂੰ, ਔਰ ਇਹ ਸੋਚ ਜਿਹੜੀ ਹੈਗੀ ਹੈ ਗਲਤ ਹੈ। ਆਉਣ ਵਾਲੀਆਂ ਜਿਹੜੀਆਂ ਕਮਿੰਗ ਇਲੈਕਸ਼ਨ ਆ ਉਹਨਾਂ ਵਿੱਚ ਸਾਰਾ ਕੁਝ ਇਹਦਾ
ਜਿਹੜਾ ਉਹਨੂੰ ਭਰਪਾਈ ਮਿਲ ਜਾਣੀ ਹੈ, ਉਹਨੂੰ ਸਾਰਾ ਕੁਝ ਮਿਲ ਜਾਣਾ ਕਿ ਲੋਕ ਕੀ ਚਾਹੁੰਦੇ ਆ। ਜਿੱਦਾਂ ਤੁਸੀਂ ਕਿਹਾ ਕਿ ਕੁਝ ਲੋਕ ਉਹਦੇ ਪੱਖੀ ਹੈ, ਕੁਝ ਉਹਦੇ ਪੱਖੀ ਹੈ, ਪਰ ਜਦੋਂ ਲੋਕਾਂ ਨੇ ਵੋਟ ਬੈਂਕ ਦੇ ਰਾਹੀਂ ਜਾਂ ਵੋਟਿੰਗ ਕਰਕੇ ਦੱਸ ਦਿੱਤਾ ਕਿ ਅਸੀਂ ਤਾਂ ਇੱਥੇ ਖੜੇ ਹਾਂ, ਆਹ ਸਾਡੀ ਸੋਚ ਆ, ਅਸੀਂ ਤੁਹਾਡੀ ਸੋਚ ਨਾਲ ਮੇਲ ਨਹੀਂ ਖਾਂਦੀ, ਆਹ ਸੋਚ ਆ, ਸਾਨੂੰ ਆਹ ਬੰਦਾ ਚਾਹੀਦਾ। ਫੇਸਬੁੱਕ ਕੱਢ ਕੇ ਵੇਖੋ ਕਿਤੇ, ਔਰ ਰਾਹੁਲ ਗਾਂਧੀ ਕਰ ਰਹੇ ਲੋਕ ਜਿਹੜੇ ਕਰ ਰਹੇ ਆ, ਫਿਰ ਉਹਦੇ ਤੇ ਕਰ ਰਹੇ ਆ। ਕਈ ਵਾਰੀ ਆ ਰਿਹਾ ਕਿ ਕਮਿੰਗ PM ਆਫ ਇੰਡੀਆ ਕੌਣ ਹੋਏਗਾ, तो ਉਹਦੇ ਤੇ ਰਾਹੁਲ ਗਾਂਧੀ ਤੇ ਲੋਕਾਂ ਨੇ ਪਾਇਆ ਹੈਗਾ। ਇਸ ਕਰਕੇ ਹੈਗਾ ਕਿ ਉਹ ਤਾਂ ਅੱਗੇ ਵਿਚਾਰਾ ਰਾਜਨੀਤੀ ਚੋਂ ਗੁਜ਼ਰਿਆ। तमाम तरह ਦੀਆਂ ਗੱਲਾਂ ਨੇ ਇੱਧਰ, ਲੋਕ ਆਪਣੀ ਆਪਣੀ ਰਾਏ ਦੇ ਰਹੇ ਨੇ, ਐਕਸਪਰਟ ਆਪਣੀ ਰਾਏ ਦੇ ਰਹੇ ਨੇ, ਇਲੈਕਸ਼ਨਸ ਦੇ ਵਾਸਤੇ ਸਰਵੇ ਆਪਣੀਆਂ ਕਰ ਰਹੇ ਨੇ ਕੰਪਨੀਆਂ, ਐਗਜ਼ੈਕਟ ਪੋਲ ਅਜੇ ਆਉਣਾ ਉਹ ਔਰ ਚੈਨਲ ਆਪਣਾ ਲੱਗੇ ਹੋਏ ਨੇ, ਔਰ ਜੋਤਸ਼ੀ ਵੀ ਲੱਗੇ ਹੋਏ ਨੇ। ਜੋਤਸ਼ੀ ਵੀ ਲੱਗੇ, ਪੰਡਤਾਂ ਕੋ ਜਾਂਦੇ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਸਾਰੇ ਪੰਡਤਾਂ ਕੋ ਜਾਂਦੇ, ਉਦੋਂ ਪਹਿਲਾਂ ਪੁੱਛਦੇ ਆ ਵੀ ਹੁਣ ਆਉਣ ਵਾਲੀ ਸਿਆਸਤ ਹੈਗੀ ਆ, ਮੇਰੇ ਲਈ ਇਹਦਾ ਕੀ ਇਜ਼ਾਫਾ ਔਰ ਮੇਰੇ ਲਈ ਕੀ ਫਾਇਦਾ ਹੈਗਾ। ਪੰਡਤ ਦੱਸਦੇ ਉੱਤੇ ਉਹਦੇ ਨਛੱਤਰ, ਉਹਦੇ ਗ੍ਰਹਿ, ਉਹਦੇ ਸਾਰਾ ਜਿਹੜੇ ਆਉਣ ਵਾਲੇ ਯੋਗ ਆ ਉਹ ਦੱਸਦੇ ਆ ਵੀ ਆਹ ਕੁਛ ਹੋ ਜੂਗਾ। ਹੁਣ ਦੇਖੋ ਇਹ 'ਚ ਕੀ ਹੁੰਦਾ, ਔਰ ਉਹਦੇ ਤੇ ਨੰਬਰ ਵੀ ਗਿਣੇ ਜਾਂਦਾ, ਨੰਬਰੈਲੀਕਲ ਜਿਹੜੀ ਐਜੂਕੇਸ਼ਨ ਆ ਉਹ 'ਤੇ ਪੁੱਛਦੇ ਨੰਬਰੋਲੋਜੀ, ਉਹ 'ਚ ਪੁੱਛਦੇ ਵੀ ਸਾਨੂੰ ਕਿਹੜਾ ਦਿਨ, ਕਿਹੜਾ ਵਾਰ, ਕਿਹੜਾ ਰੰਗ, ਕਿਹੜਾ ਟਾਈਮ, ਕਿਹੜਾ ਗੱਡੀ ਦਾ ਡੱਬਾ ਸਾਨੂੰ ਸੂਟੇਬਲ ਆ, ਉਹੀ ਬੁੱਕ ਕਰਾਉਂਦੇ ਆ। ਇਹ ਚੀਜ਼ਾਂ ਹੈਗੀਆਂ ਇੰਡੀਆ 'ਚ, ਔਰ ਰੰਗ ਵੀ ਕਿਹੜਾ ਮਿਲਦਾ, ਰੰਗ ਵੀ ਹੈ, ਰੰਗ ਚਲੋ ਹੁਣ ਪੰਜਾਬ ਦੇ ਗ੍ਰਹਿ ਨਕਸ਼ਤਰ ਦੇਖਦੇ ਆਪਾਂ। ਪੰਜਾਬ ਦੇ ਗ੍ਰਹਿ ਨਕਸ਼ਤਰ ਬਾਰੇ ਗੱਲ ਇਹ ਹੁੰਦੀ ਪਈ ਹੈ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ, ਤੇ ਚੰਡੀਗੜ੍ਹ ਵਿੱਚ ਜਿਹੜੀਆਂ ਨਿਗਮ ਦੀਆਂ ਮਨਮਾਨੀਆਂ ਹੋ ਰਹੀਆਂ ਨੇ ਉਸ ਨੂੰ ਰੋਕਣਾ ਚਾਹੀਦਾ ਹੈ। ਬੜਾ ਕੁਝ ਹੋ ਰਿਹਾ, ਮਨਮਾਨੀਆਂ ਇੱਕ ਪਾਸੇ, ਸੰਵਿਧਾਨ ਇੱਕ ਪਾਸੇ। ਹੁਣ ਜਾਂ ਤਾਂ ਮਨਮਾਨੀਆਂ ਕਰ ਲਓ ਜਾਂ ਸੰਵਿਧਾਨ ਨੂੰ ਮੰਨ ਲਵੋ, ਇਹ ਦੋਵਾਂ 'ਚ ਇੱਕ ਤਾਂ ਚੁਣਨਾ ਹੀ ਪੈਣਾ। ਚੰਡੀਗੜ੍ਹ ਦਾ ਮਸਲਾ ਹੁਣ ਦਾ ਨਹੀਂ, ਇਹ ਜਦੋਂ ਦੀ ਸਰਕਾਰਾਂ ਬਣਦੀਆਂ ਨੇ, ਜਵਾਹਰ ਨਹਿਰੂ ਤੋਂ ਪਹਿਲੋਂ ਦਾ ਹੈਗਾ। ਇਹ ਜਦੋਂ ਚੰਡੀਗੜ੍ਹ ਬਣਾਇਆ ਗਿਆ, ਜਵਾਹਰ ਨਹਿਰੂ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ, ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਸੀਗੇ, ਔਰ ਉਦੋਂ ਇਹ ਲਿਖਿਆ ਗਿਆ ਔਰ ਉਦੋਂ ਇਹਦਾ ਨਕਸ਼ਾ ਬਣਾਇਆ ਗਿਆ, ਸਾਰਾ ਕੁਝ ਹੈ। ਪਰ ਉਹ ਨਕਸ਼ਾ ਐਸਾ ਖਟਾਈ 'ਚ ਪਿਆ ਜੇ ਤੱਕ ਸੋਹਣਾ ਸ਼ਹਿਰ ਬਣ ਗਿਆ। ਔਰ ਅਮਤੋਜ ਜੀ ਉਹਨੂੰ ਪੱਥਰਾਂ ਦਾ ਸ਼ਹਿਰ ਕਹਿੰਦੇ ਸੀ। ਇੱਕ ਬੜੇ ਵੱਡੇ ਸ਼ਾਇਰ ਹੋਏ ਆ, ਦੂਰਦਰਸ਼ਨ 'ਤੇ ਇੱਕ ਪ੍ਰੋਗਰਾਮ ਕਰਦੇ ਸੀ, ਕੱਚ ਦੀਆਂ ਮੁੰਦਰਾਂ। ਉਹਨਾਂ ਨੇ ਉੱਥੋਂ ਰਿਜ਼ਾਈਨ ਕਰਕੇ ਪੰਜਾਬ ਯੂਨੀਵਰਸਿਟੀ 'ਚੋਂ ਵਾਪਸ ਆ ਗਏ ਸੀਗੇ, ਇੱਥੇ ਦੂਰਦਰਸ਼ਨ 'ਤੇ ਪ੍ਰੋਗਰਾਮ ਕਰਦੇ ਰਹੇ ਔਰ ਬੜਾ ਮਕਬੂਲ ਹੋਇਆ। ਉਹ ਪੱਥਰਾਂ ਦਾ ਸ਼ਹਿਰ ਉਹਨੂੰ ਕਹਿੰਦੇ ਸੀ, ਔਰ ਉਹ ਸਮਾਂ ਵਾਕਈ ਪੱਥਰਾਂ ਦਾ ਸ਼ਹਿਰ ਹੈ, ਕਿਉਂਕਿ ਹੁਣ ਅਹਿਮਦ ਸ਼ਾਹ ਜੀ ਆ ਗਏ, ਉਹਨਾਂ ਨੇ ਉੱਥੇ ਉਹਨਾਂ ਨੂੰ DA, ਉੱਥੇ ਉਹਨਾਂ ਨੂੰ ਤਨਖਾਹਾਂ, ਉੱਥੇ ਜਿੰਨੇ ਵੀ ਸੈਂਟਰ ਗੌਰਮੈਂਟ ਇੰਪਲਾਈ ਸੀਗੇ, ਹਾਲਾਂਕਿ ਪੰਜਾਬ ਗੌਰਮੈਂਟ ਦੇ ਅੰਡਰ ਸੀਗੇ, ਪੰਜਾਬ ਗੌਰਮੈਂਟ ਦੇ ਦਫ਼ਤਰ ਉੱਥੇ, ਪਰ ਉਹਨਾਂ ਨੂੰ ਸਹੂਲਤਾਂ ਸੈਂਟਰ ਗੌਰਮੈਂਟ ਨੇ ਦੇਤੀਆਂ। ਦੂਜਾ ਉਹਨਾਂ ਨੇ ਕਹਿਤਾ ਵਿਧਾਨ ਸਭਾ ਲਈ ਜਗ੍ਹਾ ਚਾਹੀਦੀ ਹੈ ਹਰਿਆਣਾ ਨੇ। ਤੀਜਾ ਦਰਿਆਈ ਪਾਣੀਆਂ ਦਾ ਮਸਲਾ ਸੀਗਾ। ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਅੱਜ ਆਹ ਮਸਲਾ ਉਠਾਇਆ ਵੀ ਪੰਜਾਬ ਸਰਕਾਰ ਨੂੰ, ਆਪ ਸਰਕਾਰ ਨੂੰ ਚਾਹੀਦਾ ਕਿ ਉਹ ਇਹਦੇ ਵੱਲ ਧਿਆਨ ਦੇਣ, ਪਾਣੀਆਂ ਵੱਲ ਧਿਆਨ ਦੇਣ। ਔਰ ਪਾਣੀ ਜਿਹੜਾ ਹੁਣ ਤਾਂ ਵਾਧੂ ਹੈਗਾ, ਹੁਣ ਤਾਂ ਕੋਈ ਪ੍ਰੋਬਲਮ, ਜਦੋਂ ਸੁੱਕ ਜਾਂਦਾ ਪੰਜਾਬ ਉਦੋਂ ਤਾਂ ਇਹ ਹਿੱਸਾ ਮੰਗਦੇ ਆ। ਹੁਣ ਜਦੋਂ ਪਾਣੀ ਜ਼ਿਆਦਾ ਹੋ ਗਿਆ, ਹੁਣ ਨਹਿਰਾਂ 'ਚੋਂ ਉਹਨਾਂ ਨੇ ਬੰਨ੍ਹ ਲਾਤੇ, ਹੁਣ ਨਹਿਰਾਂ ਦਾ ਪਾਣੀ ਉੱਧਰ ਨਹੀਂ ਆ ਰਿਹਾ। ਉਹ ਕਹਿੰਦੇ ਸਾਡੇ ਤੋਂ ਵੱਡੀ ਗੱਲ ਤਾਂ ਪਾਕਿਸਤਾਨ ਦੀ, ਜਿਹਨੇ 14 ਦੇ 14 ਗੇਟ ਖੋਲ੍ਹ ਕੇ ਪਾਣੀ ਉੱਧਰ ਲੈ ਗਿਆ। ਇਹ ਸਾਡਾ ਆਪਣਾ ਭਰਾ ਹੈਗਾ, ਸਕਾ ਭਰਾ ਹੈਗਾ, ਉਹ ਸਾਡਾ ਉਹ ਮਤਰੇ ਭਰਾ ਤੋਂ ਵੀ ਵੱਧ ਅੱਗੇ ਨਿਕਲ ਗਿਆ, ਉਹਨੇ ਕਿੰਨਾ ਕੁਝ ਕਰ ਦਿੱਤਾ। ਇਹ ਪ੍ਰਤਾਪ ਸਿੰਘ ਬਾਜਵਾ ਦੀ ਬਹੁਤ ਵੱਡੀ ਗੱਲ ਆ। ਇਹ ਹਾਲਾਂਕਿ ਵਿਰੋਧੀ ਨੇਤਾ, ਪਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਿੰਦਿਆ ਨਹੀਂ, ਸਲਾਹਿਆ ਹੈਗਾ ਕਿ ਆਹ ਦੇਖੋ ਜਿੱਥੇ ਜਿੱਥੇ ਜੋ ਕੁਝ ਹੋ ਰਿਹਾ ਵਾ, ਹਰਿਆਣਾ ਕੀ ਕਰ ਰਿਹਾ। ਔਰ ਇਹਦੇ ਵਿੱਚ ਜਾਂਦੇ ਵੀ ਜਿਹੜਾ ਵਿਧਾਨ ਸਭਾ ਲਈ ਜਗ੍ਹਾ ਦੇਣੀ ਹੈਗੀ ਉੱਤੇ ਰੋਕ ਲਾਉਣਾ। ਆਪਣੇ ਲਈ ਵਿਧਾਨ ਸਭਾ ਦੀ ਜਗ੍ਹਾ ਜਿਹੜੀ ਇਹਨਾਂ ਕੋਲ ਹੈਗੀ, ਸੈਕਟਰੀਏਟ ਹੈਗਾ, ਉਹਦੇ 'ਤੇ ਹਾਈ ਕੋਰਟ ਆ, ਉਹਨੂੰ ਵੱਖਰੇ ਵੱਖਰੇ ਕਰੋ। ਉਹਨਾਂ ਨੇ ਕਿਹਾ ਦੋ ਨਹੀਂ ਹੋਣੀ ਚਾਹੀਦੀਆਂ, ਹਰਿਆਣਾ ਵੀ ਹੈ ਅਤੇ ਪੰਜਾਬ ਵੀ ਆ। ਉੱਥੇ ਲੋਕ ਵਿਚਾਰੇ ਬੱਸਾਂ 'ਚ ਜਾਂਦੇ ਉਤਰਦੇ, ਉਹਨਾਂ ਨੂੰ ਕਈ ਵਾਰੀ ਉੱਥੋਂ ਕੈਂਸਲੇਸ਼ਨ ਮਿਲ ਜਾਂਦੀ ਹੈ, ਕਈ ਵਾਰੀ ਤਰੀਕਾ ਹੀ ਮਿਲ ਜਾਂਦੀ ਹੈ। ਜ਼ਿਆਦਾ ਕੇਸ ਹੁੰਦੇ ਆ ਦੋ ਸਟੇਟਾਂ ਦੇ, ਲੜਾਕੂ ਹਰਿਆਣੇ ਵਾਲੇ ਵੀ ਆ ਅਤੇ ਪੰਜਾਬ ਦੇ ਵੀ ਲੜਾਕੂ ਬਹੁਤ ਆ, ਕੇਸ ਇਹਨਾਂ ਦੇ ਵੀ ਬਹੁਤ ਆ, ਉਹਨਾਂ ਦੇ ਵੀ ਦੋਵਾਂ ਦੇ ਬਹੁਤ ਹੈਗੇ। ਅਤੇ ਹਾਈ ਕੋਰਟ ਸਾਡੀ ਇਕੱਠੀ ਹੈਗੀ, ਵਕੀਲ ਸਾਡੇ ਇਕੱਠੇ ਉੱਥੇ ਹੈਗੇ। ਔਰ ਅਜੇ ਤੱਕ ਰੇਲਵੇ ਲਾਈਨ ਉਧਰ ਨੂੰ ਨਹੀਂ ਗਈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਰੇਲਵੇ ਲਾਈਨ ਜਿਹੜੀ ਇੱਧਰੋਂ ਵਾਇਆ ਲੁਧਿਆਣਾ ਜਾਂਦੀ ਹੈ, ਦੂਜੀ ਵੀ ਰੇਲਵੇ ਲਾਈਨ ਨਹੀਂ, ਬੱਸਾਂ ਹੀ ਜਾਂਦੀਆਂ, ਕਾਰਾਂ ਜਿਨ੍ਹਾਂ ਕੋਲ ਉਹ ਚਲੇ ਜਾਂਦੇ ਆ। ਇਸ ਕਰਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੰਡੀਗੜ੍ਹ ਵੱਲ ਧਿਆਨ ਦੇਣਾ ਚਾਹੀਦਾ, ਇਹ ਮਸਲਾ ਨਜਿੱਠਣਾ ਚਾਹੀਦਾ। ਬਿਲਕੁਲ ਜੀ। ਔਰ ਚੰਡੀਗੜ੍ਹ ਨੂੰ ਜੇ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਇਹਦੇ ਖਰਚੇ ਬਹੁਤ ਨੇ। ਇਹ ਤਾਂ ਕਈ ਬਜ਼ੁਰਗ ਕਹਿੰਦੇ ਨੇ ਚਿੱਟਾ ਹਾਥੀ ਹੈ ਜਿਹੜਾ ਤੁਸੀਂ ਆਪਣੇ ਬੂਹੇ ਤੇ ਬੰਨ੍ਹ ਲੈਣਾ, ਕਿਉਂਕਿ ਇੰਨਾ ਜ਼ਿਆਦਾ ਖਰਚਾ ਇਹਨੂੰ ਮੇਨਟੇਨ ਕਰਨ ਤੇ ਹੋਣਾ। ਇੱਕ ਪਾਸੇ ਪੰਜਾਬ ਦਾ ਖਰਚਾ ਤੇ ਇੱਕ ਪਾਸੇ ਚੰਡੀਗੜ੍ਹ ਦਾ ਖਰਚਾ। ਇਹ ਖਰਚੇ ਬਹੁਤ ਨੇ। ਤੁਹਾਨੂੰ ਇਸ ਵਕਤ ਵੱਡੀਆਂ ਵੱਡੀਆਂ ਸੜਕਾਂ ਦਿਖਦੀਆਂ ਪਈਆਂ, ਵੱਡਾ ਵੱਡਾ ਪਲਾਨ ਸਿਟੀ ਦਿਖਦੀ ਪਈ ਹੈ, ਪਰ ਇਹਨੂੰ ਮੇਨਟੇਨ ਕਰਨਾ, ਇਹਦੇ ਵਾਸਤੇ ਇੱਕ ਵੱਖਰਾ ਬਜਟ ਰੱਖਣਾ ਪੈਣਾ। ਉਸ ਵੱਲ ਵੀ ਧਿਆਨ ਦਿਓ। ਤੇ ਪੀਪੇ ਪਹਿਲਾਂ ਹੀ ਖੜਕਣ ਡਏ ਨੇ ਸਾਡੇ ਬਜਟ ਦੇ। ਤੇ ਨਾ ਕਹਿਣਾ ਹੈ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਅਸੀਂ। ਔਰ ਦੂਜਾ ਜਿਹੜਾ ਹਰ ਗੱਲ ਦੇ ਉੱਤੇ ਐਡਵਰਟੀਜ਼ਮੈਂਟ ਹੈ। ਲਓ ਜੀ ਫ੍ਰੀ ਬਿਜਲੀ ਦੇ ਦਿੱਤੀ, ਉਹ ਕੱਛਾਂ 'ਚ ਹੱਥ ਦੇ ਕੇ ਫੋਟੋ ਖਿਚਵਾ ਕੇ ਥਾਂ ਥਾਂ ਤੇ ਪੋਸਟਰ ਲੱਗੇ ਹੋਏ। ਲਓ ਜੀ
ਹੁਣ ਆ ਇੰਨੇ ਸਕੂਲ ਖੋਲ ਦਿੱਤੇ ਲੋਕਾਂ ਨੂੰ ਠੀਕ ਪਤਾ ਹੈ, ਲੱਗ ਹੈਲਥ ਸੈਂਟਰ ਖੋਲ ਦਿੱਤੇ ਠੀਕ ਹੈ, ਇਹ ਫੋਟੋਆਂ ਜ਼ਰੂਰ ਲਾਉਣੀਆਂ ਥਾਂ ਦੇ ਉੱਤੇ, ਅਹਿਸਾਨ ਕੀਤਾ ਇਹ ਕੰਮ ਕਰਨਾ ਤੁਹਾਡਾ ਫਰਜ਼ ਹੈ ਔਰ ਜਨਤਾ ਦੇ ਪੈਸੇ ਤੋਂ ਕਰਦੇ ਪਏ ਹੋ, ਕੋਈ ਜੇਬੋਂ ਪੈਸੇ ਤਾਂ ਨਹੀਂ ਖਰਚਦੇ ਪਏ ਕਿ ਜਿਹੜੇ ਪੈਸਾ ਬਚਾਓ ਪਬਲਿਸਿਟੀ ਚੱਲਦੀ। ਪਰ ਸੈਂਟਰ ਨੇ ਕਰ ਦਿੱਤਾ ਤੇ ਕੇਸ ਕੇਜਰੀਵਾਲ ਤੇ ਜਦੋਂ ਐਡਵਰਟਾਈਜ਼ਮੈਂਟ ਗਈਆਂ ਉਹਨਾਂ ਨੇ ਕਿਹਾ ਜਿਹੜੇ ਕਾਰਜਸ਼ੀਲ ਕੰਮ ਨੇ ਉਹ ਕਿੱਧਰ ਗਏ, ਜਿਹੜਾ ਪੈਸਾ ਤੁਸੀਂ ਲਾਇਆ ਦੱਸੋ ਨਖੇੜਾ ਕਰਕੇ ਕਿੱਧਰ। ਐਕਚੁਅਲੀ ਗੱਲ ਇਹ ਸੁਪਰੀਮ ਕੋਰਟ ਨੇ ਪੁੱਛਿਆ ਉੱਧਰੋਂ ਕਿ ਸਾਨੂੰ ਦੱਸੋ ਜਿਹੜਾ ਪੈਸਾ ਅਜੇ ਤੱਕ ਲਾ ਚੁੱਕੇ ਜੇ ਕਿੱਧਰੋਂ ਆਇਆ ਤੇ ਕਿੱਥੇ ਲਾਉਣਾ ਸੀਗਾ, ਇਹਦਾ ਫੰਡ ਕਿਹੜਾ। ਸਹੀ ਗੱਲ ਹੈ ਔਰ ਤੁਸੀਂ ਦੱਸੋ ਮਤਲਬ ਆ ਪੋਜ਼ ਜੇ ਬਣਾਈ ਜਾਓ, ਕਦੀ ਇੱਧਰ ਨੂੰ ਫੋਟੋਆਂ ਖਿਚਵਾਓ। ਪਹਿਲਾਂ ਤਾਂ ਫੋਟੋਆਂ ਖਿਚਵਾਉਣ ਤੇ ਤੁਹਾਨੂੰ ਟਾਈਮ ਲੱਗਦਾ ਹੋਏਗਾ ਕਿਉਂਕਿ ਅਸੀਂ ਮੀਡੀਆ ਦੇ ਲੋਕ ਆ, ਸਾਨੂੰ ਪਤਾ ਹੈ ਇੱਕ ਪਰਫੈਕਟ ਫੋਟੋ ਲੈਣ ਵਾਸਤੇ ਕਮ ਸੇ ਕਮ 10 15 20 ਫੋਟੋਆਂ ਖਿੱਚੀਆਂ ਜਾਂਦੀਆਂ ਨੇ, ਫਿਰ ਜੋ ਸਿਲੈਕਟ ਹੁੰਦੀ ਆ ਆਹ ਫੋਟੋ ਠੀਕ ਰਹੇਗੀ, ਪੋਜ਼ ਬਣਦੇ ਆ ਨਾ, ਫੋਟੋ ਠੀਕ ਰਹੇਗੀ। ਫੋਟੋ ਦੇ ਸਟਾਈਲ ਹੁੰਦੇ, ਕਿੰਨਾ ਟਾਈਮ ਲੱਗਾ, ਪਹਿਲਾਂ ਫੋਟੋਆਂ ਖਿਚਵਾਈਆਂ ਫਿਰ ਉਸ ਤੋਂ ਬਾਅਦ ਫੋਟੋਆਂ ਸਿਲੈਕਟ ਹੋਈਆਂ, ਫਿਰ ਪ੍ਰੋਸੈਸਿੰਗ ਹੋ ਗਈ, ਪੋਸਟਰ ਛਪੇ, ਮਤਲਬ ਵੇਸਟੇਜ ਆਫ ਟਾਈਮ ਐਂਡ ਵੇਸਟੇਜ ਆਫ ਮਨੀ। ਨਿਕਲਣਾ ਕੀ ਹੈ ਉਹਦੇ ਚੋਂ। ਤੁਸੀਂ ਅਮਰੀਕਾ ਦੀ ਗੱਲ ਕਰਦੇ ਜੇ, ਅਮਰੀਕਾ 'ਚ ਕਦੀ ਤੁਸੀਂ ਦੇਖਿਆ ਵਾਈਟ ਹਾਊਸ ਤੋਂ ਬਾਅਦ ਕਦੀ ਕਿਸੇ ਪਾਸੇ ਬਾਈਡਨ ਸਾਹਿਬ ਜਾਂਦੇ ਹੋਣ, ਕਮਲਾ ਹੈਰਿਸ ਜਾਂਦੇ ਹੋਣ ਸੜਕ ਤੇ ਘੁੰਮਦੇ ਔਰ ਉਹਦੇ ਤੇ ਗੱਲਾਂ ਕਰਦੇ ਹੋਣ ਤੇ ਉਹਦੀ ਫੋਟੋ ਆਈ ਹੋਵੇ, ਨੈਵਰ ਐਟ ਆਲ। ਜੇ ਕੰਮ ਲਈ ਜਾਂਦੇ ਬਾਹਰ ਔਰ ਕੰਮ ਕਰਕੇ ਮੁੜਦੇ ਆ, ਸਾਡੇ 2 ਬੂਟੇ ਲਾਉਂਦੇ ਆ ਨਾ ਤੇ ਉਹਦੀਆਂ ਫੋਟੋ, ਸਾਡੇ ਗਰੀਬਾਂ ਨੂੰ ਕੋਈ ਅਨਾਜ ਦਿੰਦੇ ਆ ਉਹਦੀਆਂ ਫੋਟੋ, ਬੂਟੇ ਲਾ ਕੇ ਵਣਮਾ ਉਤਸਵ ਮਨਾ ਕੇ ਪਾਣੀ ਉਹਨਾਂ ਨੂੰ ਕੋਈ ਪਾਉਂਦਾ ਨਹੀਂਗਾ, ਬਾਰਿਸ਼ ਆ ਗਈ ਤੇ ਪਾਣੀ ਪੈਣਾ, ਮੁੜ ਕੇ ਬੂਟੇ ਸੁੱਕ ਗਏ। ਇੱਥੋਂ ਪਤਾ ਲੱਗਦਾ ਕਿ ਰੋਕਾ ਹੈ ਹੀ ਨਹੀਂਗੇ, ਤਮਾਸ਼ਾ ਹੋ ਰਿਹਾ ਔਰ ਸਿਰਫ ਫੋਟੋ ਲਾਉਂਦੇ ਆ, ਫੋਟੋ ਵਾਲੇ ਪਾਸੇ ਹੈਗਾ। ਇੱਕ ਪੁਲਿਸ ਆਫੀਸਰ ਆ, ਵਿਚਾਰਾ ਔਰਤਾਂ ਨੂੰ ਪੈਸੇ ਦਿੰਦਾ, ਭੋਜਨ ਦਿੰਦਾ ਔਰ ਸਮਾਨ ਦਿੰਦਾ, ਜਿਹੜੀਆਂ ਵਿਚਾਰੀਆਂ ਬੇਰੁਜ਼ਗਾਰ ਜਾਂ ਜਿਹੜੀਆਂ ਲੋੜਵੰਦ ਨੇ, ਔਰ ਕਦੀ ਫੋਟੋ ਨਹੀਂ ਖਿਚਵਾਉਂਦਾ, ਕੈਮਰੇ ਨੂੰ ਆਂਦਾ ਨਹੀਂ ਮੈਂ ਨਹੀਂ ਖਿਚਵਾਉਂਦਾ, ਮੈਨੂੰ ਕੋਈ ਇੱਦਾਂ ਦੀ ਲੋੜ ਨਹੀਂ ਹੈਗੀ, ਮੈਂ ਕੰਮ ਕਰਦਾ ਵਾਂ, ਰੱਬ ਨੂੰ ਪਤਾ ਉੱਤੇ ਮੇਰਾ ਕੈਮਰਾ ਉੱਤੇ ਲੱਗਾ, ਰੱਬ ਹੈ। ਐਗਜ਼ੈਕਟਲੀ। ਔਰ ਤੁਸੀਂ ਦੇਖੋ ਜੇ ਗਰੀਬਾਂ ਨੂੰ ਰਾਸ਼ਨ ਦਿੰਦੇ ਹੋ ਤਾਂ ਰਾਸ਼ਨ ਕਣਕ ਦੀ ਬੋਰੀ ਉੱਤੇ ਆਪਣੀ ਫੋਟੋ ਲਾ ਕੀ ਹੈ ਯਾਰ, ਆ ਜਿਹੜੀ ਚੰਗਾ ਲੱਗਦਾ। ਐਮਰਜੈਂਸੀ ਗੱਡੀਆਂ ਜਾ ਰਹੀਆਂ ਹੈ ਨਾ, ਗੱਡੀਆਂ ਦੇ ਉੱਤੇ ਉਹਦੇ ਤੇ ਆਪਣੀ ਫੋਟੋ ਲਾਉਂਦੇ ਆ, ਹਸਪੀਟਲ ਦੀਆਂ ਫੋਟੋਆਂ ਤੇ ਵੈਨਸ ਦੇ ਉੱਤੇ ਆਪਣੀ ਫੋਟੋ ਲੱਗਦੀ ਰਹੀ ਹੈ, ਕਈ ਵਾਰ ਦੇਖਿਆ ਗਿਆ ਬਾਦਲ ਸਾਹਿਬ ਦੀ ਲੱਗੀ ਸੀ, ਬਾਦਲ ਸਾਹਿਬ ਦੀ ਲੱਗੀ ਇਹਨਾਂ ਦੀ ਇਹਦੇ ਤੇ ਨਹੀਂ ਅਜੇ ਤੱਕ ਲੱਗੀ, ਪਰ ਬੱਸਾਂ ਤੇ ਲੱਗੀ ਇਹਨਾਂ ਦੀ ਉੱਤੇ ਸਾਰੇ। ਇਹ ਗਲਤ ਗੱਲ। ਔਰ ਦੂਸਰਾ ਜਿਹੜੀ ਤੁਸੀਂ ਇਲੈਕਸ਼ਨ ਜਿੱਤੀ ਹੈ ਉਹ ਤੁਸੀਂ ਇਲੈਕਸ਼ਨ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਹੈ, ਡਿਜੀਟਲ ਪਲੇਟਫਾਰਮਸ ਦਾ ਇਸਤੇਮਾਲ ਕੀਤਾ ਹੈ। ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਅਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ, ਡਿਜੀਟਲ ਪਲੇਟਫਾਰਮਸ ਦਾ ਇਸਤੇਮਾਲ ਕਰਕੇ ਅਸੀਂ ਆਪਣੀ ਪਬਲਿਸਿਟੀ ਕਰ ਸਕਦੇ ਹਾਂ। ਕਿਉਂ ਅਸੀਂ ਪੈਸਾ ਫਜ਼ੂਲ ਕਰਦੇ ਪਏ? ਉਹ ਫ੍ਰੀ ਹੈਗਾ, ਉਹ ਤੇ ਕਰਨਾ ਚਾਹੀਦਾ ਕਿਉਂਕਿ ਹਰ ਬੰਦਾ ਉਹਦੇ ਉੱਤੇ ਅਵੇਲੇਬਲ ਹੈ, ਸਭ ਦੇ ਕੋਲ ਮੋਬਾਈਲਸ ਨੇ। ਤੁਹਾਨੂੰ ਦੱਸਾਂ ਹੋਰ ਗੱਲ, ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ, ਜਿਹੜੇ ਚੌਂਕਾਂ ਚੌਰਾਹਿਆਂ 'ਚ ਅਸੀਂ ਲਾ ਦਿੰਦੇ ਬੋਰਡ, ਔਰ ਉਹਦੇ ਤੇ ਲੋਕ ਵੇਖਦੇ, ਜਦੋਂ ਗੱਡੀ ਚਲਾਉਂਦੇ ਵੇਖਦੇ ਆ ਤੇ ਐਕਸੀਡੈਂਟ ਹੋਣ ਦਾ ਖਤਰਾ ਹੁੰਦਾ। ਬਾਹਰਲੇ ਦੇਸ਼ਾਂ 'ਚ ਦੇਖ ਲਓ, ਕੋਈ ਚੌਕ ਚੌਰਾਹਾ ਇੰਨਾ ਵਧੀਆ ਤਰੀਕੇ ਨਾਲ ਨਹੀਂ ਬਣਾਇਆ ਹੁੰਦਾ ਔਰ ਬਹੁਤ ਵੱਡੇ ਨਹੀਂ ਹੁੰਦੇ, ਤੁਹਾਨੂੰ ਪਤਾ ਲੱਗਦਾ ਕਿਹੜਾ ਚੌਕ ਆ ਗਿਆ। ਲੰਘ ਰਹੇ ਸੜਕ ਤੇ ਲਾਈਨਾਂ ਲੱਗੀਆਂ, ਤੁਸੀਂ ਆ ਰਹੇ ਜੇ ਔਰ ਅੱਗੇ ਪਿੱਛੇ ਜਾ ਰਹੇ ਆ, ਪਰ ਕਦੀ ਕੋਈ ਹਾਦਸਾ ਨਹੀਂ ਹੁੰਦਾ। ਸਾਡੇ ਐਡਵਰਟਾਈਜ਼ਮੈਂਟ ਨੇ ਮਰਵਾਤਾ। ਇਹ ਨਹੀਂ ਕਿ ਭਗਵੰਤ ਮਾਨ ਐਡਵਰਟਾਈਜ਼ਮੈਂਟ ਕਰਦਾ, ਬਾਕੀ ਵੀ ਬਹੁਤ ਕਰਦੇ ਆ ਕੰਪਨੀਆਂ ਚੰਨੀ ਸਾਹਿਬ ਹੈ ਨਾ, ਚੰਨੀ ਸਾਹਿਬ ਤੁਹਾਡਾ ਆਪਣਾ ਚੰਨੀ ਕੀ ਫੋਟੋਗ੍ਰਾਫ ਹੈ, ਬਜ਼ੁਰਗਾਂ ਨਾਲ ਫੋਟੋਗ੍ਰਾਫ, ਪੰਜਾਬ ਦਾ ਪੁੱਤਰ ਚੰਨੀ, ਸਾਰੇ ਬਜ਼ੁਰਗਾਂ ਨਾਲ ਫੋਟੋ ਖਿਚਵਾ ਲਈ, ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ। ਯਾਰ ਇਹ ਗੱਲਾਂ ਨੇ, ਕੰਮ ਕਰੋ। ਆ ਕੀ ਤੁਸੀਂ ਫੋਟੋ ਸੈਸ਼ਨ ਕਰਵਾਈ ਜਾਂਦੇ? ਇੱਕ ਹੋਰ ਹੈਗਾ, ਜਦੋਂ ਆ ਬਰਸਾਤ ਹੋ ਗਈ ਆ, ਹੜ੍ਹ ਆ ਗਿਆ ਨਾ, ਉੱਥੇ ਚੰਨੀ ਸਾਹਿਬ ਵੀ ਘੁੰਮਦੇ ਆ, ਲੋਕਾਂ ਨਾਲ ਗੱਲਾਂ ਕਰ ਰਹੇ ਆ ਵੀ ਤੂੰ ਕੀ ਮਿਲ ਕੇ ਕੀ ਦੇਵੇਂਗਾ ਲੋਕਾਂ ਨੂੰ। ਭਗਵੰਤ ਮਾਨ ਪਜਾਮਾ ਲਬੇੜੀ ਫਿਰਦੇ ਆ, ਬੂਟ ਲਬੇੜੀ ਫਿਰਦਾ, ਉੱਥੇ ਇਹ ਵੀ ਡਰਾਮਾ। ਉਹਦੇ ਵਿੱਚ ਜਾਣਾ ਤੇ ਚੁੱਪ ਕਹਿ ਕੇ ਫੋਟੋ ਨਾ ਦਿਓ, ਲਿਬੜ ਗਈ ਜੋ ਕੋਈ ਤੁਹਾਡੇ ਬੂਟ ਪੈਂਟ ਲਿਬੜੇ, ਕੋਈ ਗੱਲ ਨਹੀਂ, ਤੁਸੀਂ ਫਿਰ ਵੀ ਜਵਾਨ ਜੇ, ਜੱਟਾਂ ਦੇ ਮੁੰਡੇ ਜੇ, ਕਿਸਾਨ ਜੇ, ਤੁਸੀਂ ਝੋਨਾ ਦਿਲਾਉਂਦੇ ਰਹੇ, ਕੰਮ ਕਰਦੇ ਰਹੇ ਜੇ, ਟਰੈਕਟਰ ਚਲਾਉਂਦੇ ਰਹੇ ਜੇ, ਉਹੀ ਖੇਤ ਹੈ, ਇਹ ਮਿੱਟੀ ਹੈ ਤੁਹਾਡੀ, ਇਹਨੂੰ ਮੱਥੇ ਨਾ ਲਾਓ, ਇਹਨੂੰ ਇਹ ਨਾ ਕਹੋ ਮੇਰਾ ਇਹ ਹੋ ਗਿਆ, ਇਹ ਮਾਂ ਤੁਹਾਡੀ, ਇਹਨੂੰ ਸਤਿਕਾਰ ਕਰੋ, ਇਹਦੀ ਇੱਜ਼ਤ ਕਰੋ, ਇਹਨੂੰ ਆਪਣੇ ਮਨ ਤੇ ਲਾਓ। ਔਰ ਉਹਦਾ ਜੋ ਤੁਸੀਂ ਲੋਕਾਂ ਨੂੰ ਦੱਸਦੇ ਜੇ ਐਡਵਰਟਾਈਜ਼ਮੈਂਟ ਰਾਹੀਂ, ਉਹ ਲੋਕਾਂ ਨੂੰ ਬੁਰਾ ਲੱਗਦਾ। ਔਰ ਚੰਗੀ ਗੱਲ ਵੈਸੇ ਗਿਆ ਵਾ ਬਾਹਰ, ਲੋਕਾਂ ਨਾਲ ਮਿਲਿਆ ਹੈਗਾ, ਜੱਫੀਆਂ ਪਾਈਆਂ, ਅੱਛੀ ਗੱਲ। ਮੁੱਖ ਮੰਤਰੀ ਦਾ ਜਾ ਕੇ ਮਿਲਣਾ, ਜੁੜਨਾ, ਕਹਿਣਾ, ਰੱਖਣਾ ਵੱਖਰੀ ਗੱਲ ਹੈ। ਔਰ ਉਹਦੇ 'ਤੇ ਲੋਕ ਮਾਤਾ ਦੇ ਪੈਰੀਂ ਹੱਥ ਲਾ ਰਿਹਾ, ਉਹਨਾਂ ਕੋਲ ਚਾਹ ਪੀ ਰਿਹਾ, ਦੁੱਧ ਪੀ ਰਿਹਾ। ਪ੍ਰਤਾਪ ਸਿੰਘ ਕੈਰੋਂ ਸਾਹਿਬ ਇੱਦਾਂ ਹੀ ਕਰਦੇ ਸੀ, ਬੱਕਰੀ ਦੇ ਦੁੱਧ ਦੀ ਚਾਹ ਬਣਾ ਕੇ ਪਿੱਤਲ ਦੇ ਗਲਾਸ 'ਚ ਦੁੱਧ ਪੀਂਦੇ ਸੀ, ਔਰ ਜਾ ਕੇ ਲੋਕਾਂ ਦੇ ਘਰਾਂ 'ਚ ਗਲੀਆਂ 'ਚ ਜਾ ਕੇ ਬਹਿ ਕੇ ਲੋਕਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮਿਲ ਕੇ ਤੇ ਪਜਾਮਾ ਕੁੜਤਾ ਪਾ ਕੇ ਨਿਕਲਦੇ। ਸਿੰਪਲ ਇਹ ਹੁੰਦੇ ਸੀ ਮੁੱਖ ਮੰਤਰੀ ਦਾ ਕੰਮ। ਹੁਣ ਆ ਵੀ ਦੇਖ ਲਓ, ਇਹ ਵੀ ਮੰਤਰੀ ਜੀ ਨੇ ਸਾਡੇ ਜੀ, ਧਰਮਿੰਦਰ ਭਾਜੀ, ਸਾਡੇ ਸਾਰਿਆਂ ਦੇ ਫੇਵਰੇਟ ਐਕਟਰ ਨੇ। ਉਹਨਾਂ ਦੇ ਪੁੱਤਰ ਸਨੀ ਦਿਓਲ ਜੀ, ਅੱਛਾ, ਗੁਰਦਾਸਪੁਰ ਤੋਂ ਜਿੱਤੇ ਤੇ ਗੁਰਦਾਸਪੁਰ ਦੀ ਕਦੀ ਖਬਰ ਲਿੱਤੀ ਨਹੀਂ ਆਪਣੇ ਹਲਕੇ ਦੀ, ਤੇ ਹੁਣ ਦੂਜੀ ਫਿਲਮ ਬਣਾਈ ਹੈ ਗਦਰ 2, ਉਹਦੇ ਪ੍ਰਚਾਰ ਵਾਸਤੇ ਅੰਮ੍ਰਿਤਸਰ ਪਹੁੰਚ ਗਏ ਨੇ। ਉਹ ਵਕਤ ਹੈਗਾ ਇਹਨਾਂ ਕੋਲ, ਕਿਉਂਕਿ ਉੱਥੇ ਪੈਸਾ ਕਮਾਉਣਾ ਹੈ, ਉਹ ਵਕਤ ਹੈਗਾ, ਉੱਥੇ ਪਬਲਿਸਿਟੀ ਆ, ਕਿਉਂਕਿ ਜੋ ਤੁਹਾਡਾ ਪ੍ਰੋਫੈਸ਼ਨ ਆ ਉਹ ਹੈ, ਤੁਸੀਂ ਫਿਲਮ ਐਕਟਰ ਹੋ। ਤੁਸੀਂ ਰਾਜਨੀਤੀ ਦੇ ਵਿੱਚ ਕਿਉਂ ਆ ਗਏ ਹੋ ਬਈ, ਜੇ ਤੁਸੀਂ ਰਾਜਨੀਤੀ ਨੂੰ ਟਾਈਮ ਨਹੀਂ ਦੇ ਸਕਦੇ? ਕਿਉਂਕਿ ਹਰ ਕੰਮ ਟਾਈਮ ਮੰਗਦਾ। ਬਿਲਕੁਲ ਸਹੀ। ਗੁਰਦਾਸਪੁਰ ਵਾਲਿਆਂ ਨੇ ਜਾਂ ਗੁਰਦਾਸਪੁਰ ਨੇ ਤੁਹਾਡਾ ਕੀ ਵਿਗਾੜਿਆ?
ਤੁਸੀਂ ਉਹਦੀ ਖਬਰ ਨਹੀਂ ਲੈਂਦੇ, ਆਪਣੀ ਫਿਲਮ ਵਾਸਤੇ ਤੁਸੀਂ ਪਹੁੰਚ ਗਏ ਹੋ। ਆਹ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਾਂ, ਇਹ ਵੈਸੇ ਸਭ ਤੋਂ ਪਹਿਲਾਂ ਤਾਂ ਗੋਲਡਨ ਟੈਂਪਲ ਸ੍ਰੀ ਹਰਿਮੰਦਰ ਸਾਹਿਬ ਗਏ, ਮੱਥਾ ਟੇਕਿਆ ਉਹਨਾਂ ਨੇ, ਬਹੁਤ ਅੱਛੀ ਗੱਲ ਹੈ, ਨਤਮਸਤਕ ਹੋਏ ਉੱਥੇ ਦਰਬਾਰ ਸਾਹਿਬ, ਔਰ ਉੱਥੇ ਪੱਤਰਕਾਰ ਵੀ ਆਏ, ਸਾਰਾ ਕੁਝ ਹੋਇਆ। ਜਦੋਂ ਬਾਹਰ ਨਿਕਲੇ ਵਿਹੜੇ ਤੋਂ ਬਾਅਦ ਅੱਗੇ ਨਿਕਲੇ ਆ ਜਲਿਆਂਵਾਲਾ ਬਾਗ ਵਾਲੀ ਸਾਈਡ ਤੇ, ਫਿਰ ਉਹਨਾਂ ਨੇ ਐਡਵਰਟਾਈਜ਼ਮੈਂਟ ਕਰ ਦਿੱਤੀ, ਉਹ ਸ਼ਮਲੇ ਵਾਲੀ ਪੱਗ ਬੰਨੀ, ਚਾਦਰਾ ਬੰਨਿਆ, ਔਰ ਪਤਾ ਲੱਗਾ ਲੋਕਾਂ ਨੂੰ ਕਿ ਇਹ ਤਾਂ ਆ ਗਏ ਆ ਗਦਰ 2 ਦੀ ਪ੍ਰਚਾਰ ਲਈ, ਪਬਲਿਸਿਟੀ ਲਈ। ਔਰ ਅਮੀਸ਼ਾ ਪਟੇਲ ਜਿਹੜੀ ਉਹ ਕੁੜੀ ਸੀ ਪਹਿਲਾਂ ਇਹਦੇ ਨਾਲ ਬਣੀ ਆ, ਜਿਹੜੀ ਇਹਦੀ ਪੱਗ ਦੀ ਪੂਣੀ ਕਰਾ ਰਹੀ ਆ, ਉਹ ਕੁੜੀ ਵੀ ਨਾਲ ਹੀ ਹੈਗੀ ਆ। ਇਹਨੇ ਕਾਸਟਿੰਗ ਉਹੀ ਰੱਖੀ ਆ, ਜਿੰਨੇ ਵੀ ਇਹਦੇ ਨਾਲ ਆਰਟਿਸਟ ਸੀ ਸਾਰੇ ਉਹੀ ਰੱਖੇ ਆ। ਔਰ ਪਹਿਲੀ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ, ਕਿਉਂਕਿ ਪਾਕਿਸਤਾਨ ਔਰ ਇੰਡੀਆ ਦੀ ਤੇ ਪੰਜਾਬ ਦੀ ਜਿਹੜੀ ਸਾਂਝੀ ਵਾਲਤਾ ਉਹਦੇ ਤੇ ਇਹ ਥੀਮ ਸੀਗਾ। ਔਰ ਉਸ ਤੋਂ ਬਾਅਦ ਗੁਰਦਾਸਪੁਰੀਆਂ ਨੂੰ ਜਦੋਂ ਪਤਾ ਲੱਗਿਆ ਤੇ ਆਹ ਗੱਲ ਹੈਗੀ ਜਿਹੜਾ ਤੁਸੀਂ ਦੱਸਿਆ ਹੁਣੇ, ਔਰ ਜਦੋਂ ਤੁਸੀਂ ਧਰਮਿੰਦਰ ਸਾਹਿਬ ਦਾ ਨਾਂ ਲਿਆ, ਮੈਂ ਕਿਹਾ ਤੇ ਐਕਟਰ ਉਹਨਾਂ ਦਾ ਨਾਂ ਲੈ ਰਹੇ, ਤੁਸੀਂ ਗੱਲ ਕੱਢੀ, ਤੁਸੀਂ ਗੱਲ ਅੱਜ ਬੜੇ ਵਧੀਆ ਮਸਲੇ ਲੈ ਰਹੇ ਜੇ। ਗੱਲ ਆ ਗਈ ਸਨੀ ਦਿਓਲ ਦੀ, ਔਰ ਸਨੀ ਦਿਓਲ ਦਾ ਉੱਥੇ SOS ਮੈਸੇਜ ਕੀਤਾ। SOS ਹੁੰਦਾ ਸੇਵ ਆਵਰ ਸੋਲ, ਸਾਡੀ ਰੂਹ ਨੂੰ ਬਚਾਓ, ਵੀ ਸਾਡੇ ਉਹਦੇ ਤੇ ਗਵਾਚੀ ਦੀ ਭਾਲ, ਵੀ ਸਾਡਾ ਤਾਂ ਜਿਹੜਾ ਇੱਥੇ MP ਆ ਮੈਂਬਰ ਪਾਰਲੀਮੈਂਟ, ਉਹ ਲੱਭਦਾ ਹੀ ਨਹੀਂ, ਕਿੱਧਰ ਚਲੇ ਗਿਆ। ਔਰ ਹੁਣ ਤੱਕ ਇਸ ਟਾਈਮ 'ਚ 3 ਵਾਰ ਗਏ ਉੱਥੇ, ਚੌਥੀ ਵਾਰ ਗਏ ਨਹੀਂ ਉੱਥੇ। ਇਹਨਾਂ ਲੋਕਾਂ ਦਾ ਪਤਾ ਹੀ ਨਹੀਂ ਗਿਆ ਕੀ ਸਮੱਸਿਆ ਲੋਕਾਂ ਦੀਆਂ, ਉਹ ਇਲਾਕੇ ਦਾ ਫੰਡਿੰਗ ਆਉਂਦੀ ਆ, ਸੈਂਟਰ ਗੌਰਮੈਂਟ ਪੈਸਾ ਦਿੰਦੀ ਆ, ਉਹ ਕਿੱਥੇ ਲਾਇਆ, ਕਿਹੜੀਆਂ ਸੜਕਾਂ ਬਣਾਤੀਆਂ, ਕਿਹੜੀਆਂ ਨਾਲੀਆਂ ਬਣਾਤੀਆਂ। ਲੋਕ ਇਸ ਵੇਲੇ ਬਹੁਤ ਖਫਾ, ਬਹੁਤ ਉਸ ਇਹਨਾਂ 'ਤੇ ਨਾਰਾਜ਼ਗੀ ਪ੍ਰਗਟਾ ਰਹੇ ਆ। ਇਸ ਕਰਕੇ ਪ੍ਰਗਟਾ ਰਹੇ ਆ ਕਿ ਅਸੀਂ ਐਕਟਰ ਤੇ ਅਸੀਂ ਫਿਲਮਾਂ 'ਚ ਵੇਖਦੇ, ਪਰਦੇ 'ਤੇ ਇਹਨੂੰ ਵੇਖਦੇ ਹਾਂ, ਜਦੋਂ ਇਹਨੂੰ ਬਣਾ ਕੇ ਦੇ ਦਿੱਤਾ ਔਰ ਉਹ ਆਇਆ ਹੀ ਨਹੀਂ। ਇਹ ਵੀ ਇੱਕ ਸਿਆਸਤ ਦੀ ਬਹੁਤ ਵੱਡੀ ਚਾਪਲੂਸੀ ਕਹਿ ਲਓ, ਜਾਂ ਉਹਦੇ ਵਿੱਚ ਉਹਦਾ ਜਿਹੜਾ ਵੱਡੀ ਗਲਤ ਸੋਚ ਆ। ਜਿੰਨੇ ਸਿੰਗਰ ਆ ਉਹ ਬਣ ਜਾਂਦੇ ਆ MP, ਜਿਹੜੇ ਸਾਡੇ ਐਕਟਰ ਆ ਉਹ MP ਬਣ ਜਾਂਦੇ ਆ, ਮੁੜ ਕੇ ਬਾਤ ਨਹੀਂ ਪੁੱਛਦੇ, ਆਉਂਦੇ ਹੀ ਨਹੀਂ ਗਏ। ਉਹਨਾਂ ਨੂੰ ਵੋਟਾਂ ਦੇ ਇਸ ਕਰਕੇ ਪੈਂਦੀਆਂ, ਲੋਕਾਂ ਦਾ ਚਿਹਰਾ ਜਾਣਿਆ ਪਛਾਣਿਆ ਹੁੰਦਾ, ਆਂਦਾ ਚਲੋ ਜੀ ਹੰਸਰਾਜ ਪਾ ਦਿਓ ਵੋਟ, ਹਾਂਜੀ ਇਹ ਕੌਣ ਆ ਜੀ, ਇਹ ਸਨੀ ਦਿਓਲ ਪਾ ਦਿਓ ਵੋਟ, ਇਹ ਸਾਡਾ ਅੱਛਾ ਐਕਟਰ ਹੈਗਾ। ਮੁੜ ਕੇ ਉਹ ਆਉਂਦੇ ਨਹੀਂ, ਨਾ ਪੰਜਾਬ ਦੀ ਬਾਤ ਪੁੱਛਦੇ ਆ, ਨਾ ਪੰਜਾਬ ਦਾ ਕੋਈ ਸਮੱਸਿਆ ਨੂੰ ਹੱਲ ਕਰਦੇ ਆ। ਇਹ ਮਸਲਾ ਹੁਣ ਇਸ ਵੇਲੇ ਬੜਾ ਸਰਗਰਮ ਹੋਇਆ ਸੀਗਾ, ਅੱਗੇ ਤਾਂ ਮੈਨੂੰ ਲੱਗਦਾ ਇਹਨਾਂ ਦੀ ਫੱਟੀ ਪੋਚੀ ਜਾਊ। ਬਿਲਕੁਲ, ਕਿਉਂਕਿ ਜੇ ਤੁਸੀਂ ਟਾਈਮ ਹੀ ਨਹੀਂ ਦੇਣਾ ਜਿਸ ਕੰਮ ਨੂੰ, ਤਾਂ ਫਿਰ ਤੁਸੀਂ ਉਹ ਕੰਮ ਕਰਦੇ ਕਿਉਂ? ਸਹੀ ਗੱਲ, ਸਿਰਫ ਤੁਸੀਂ ਪਰਦੇ ਤੇ ਆਉਂਦੇ ਹੋ, ਉਸ ਚੀਜ਼ ਦਾ ਫਾਇਦਾ ਲੈ ਕੇ। ਤੁਸੀਂ ਇਲੈਕਸ਼ਨ ਲਈਆਂ ਨੇ ਜਿੱਤ, ਤੇ ਜਦੋਂ ਇਲੈਕਸ਼ਨ ਜਿੱਤ ਲਈਆਂ ਉਦੋਂ ਬੜੀ ਪਬਲਿਸਿਟੀ ਸੀ, ਐ ਲੋ ਜੀ ਸੰਨੀ ਭਾਜੀ ਪਰੌਂਠਾ ਖਾਂਦੇ ਪਏ ਨੇ, ਚਿੱਟੇ ਮੱਖਣ ਨਾਲ ਪਰੌਂਠਾ ਖਾਂਦੇ ਪਏ ਨੇ, ਇਹ ਕੀ ਤਮਾਸ਼ੇ ਚੱਲਦੇ ਪਏ ਨੇ, ਸਾਰੇ ਚਿੱਟੇ ਮੱਖਣ ਨਾਲ ਪਰੌਂਠਾ ਖਾਂਦੇ ਨੇ, ਸੰਨੀ ਭਾਜੀ ਸਪੈਸ਼ਲ ਖਾਂਦੇ ਨੇ, ਇਹ ਕੋਈ ਨਿਊਜ਼ ਹੈ? ਇਹ ਵੀ ਨਿਊਜ਼ ਚੱਲਦੀ ਪਈ ਹੈ। ਔਰ ਉਸ ਤੋਂ ਬਾਅਦ ਸੰਨੀ ਭਾਜੀ ਕਿੱਥੇ ਨੇ? ਕੰਮ ਕਰਨ ਤਾਂ ਆਏ ਨਹੀਂ, ਪਰੌਂਠਾ ਹੀ ਖਾਂਦੇ ਪਏ ਨੇ ਚਿੱਟੇ ਮੱਖਣ ਨਾਲ, ਤੇ ਬਾਕੀ ਕੰਮ ਕੌਣ ਕਰੂ? ਵੈਸੇ ਉੱਥੇ ਐਕਟਰਾਂ ਦਾ ਹੀ ਰਿਹਾ ਉਹ ਮਸਲਾ, ਪਤਾ ਨਹੀਂ ਹਮੇਸ਼ਾ ਰਿਹਾ ਇਹ ਮਸਲਾ। ਉੱਥੇ ਖੰਨਾ ਜੀ ਉੱਥੇ ਰਹੇ ਆ, ਉਦੋਂ ਸਾਰਾ ਉਹ ਰਾਜੇਸ਼ ਖੰਨਾ, ਔਰ ਉਦੋਂ ਬਾਅਦ ਇਹ ਆ ਗਏ, ਅਮਿਤਾਭ ਬੱਚਨ ਜੀ ਰਹੇ ਆ, ਹੈ ਨਾ, ਧਰਮਿੰਦਰ ਸਾਹਿਬ ਵੀ ਰਹੇ ਆ, ਇਮਾ ਮਾਲਿਨੀ ਵੀ ਰਹੇ ਆ, ਸਾਰੇ ਜੈ ਬਾਦੜੀ ਵੀ ਰਹੇ ਆ, ਅਜੇ ਵੀ ਹੈਗੇ ਉਹ। ਔਰ ਜਿੰਨੇ ਐਕਟਰ ਨੇ, ਕਿਰਨ ਖੇਰ, ਹਾਂ ਸਾਰੇ ਜਿਹਨੇ ਮਰਜ਼ੀ ਨਾਮ ਗਿਣ ਲਓ, ਤੇ ਕੀਤਾ ਇਹਨਾਂ ਡੱਕਾ ਨਹੀਂ ਲੋਕਾਂ ਦਾ। ਕਦੀ ਕੋਈ ਪਤਾ ਲੱਗਿਆ ਵੀ ਇਹਨਾਂ ਨੇ ਬੜਾ ਕੰਮ ਕੀਤਾ ਆ ਕੇ? ਜਦੋਂ ਆਉਂਦੇ ਰੈਲੀ ਹੋ ਗਈ, ਲੋਕ ਬੱਲੇ ਬੱਲੇ ਆ ਗਏ, ਧਰਮਿੰਦਰ ਸਾਹਿਬ ਆ ਗਏ ਜੀ, MP ਆ ਗਏ ਜੀ, ਫਲਾਣਾ, ਉਹਨਾਂ ਨੂੰ ਵੇਖ ਕੇ ਸਮੱਸਿਆ ਭੁੱਲ ਜਾਂਦੇ। ਲੋਕ ਵੀ ਸਾਡੇ ਇਦਾਂ ਦੇ ਹੈਗੇ, ਦਲੇਰ ਹੈਗੇ ਆ, ਥੋੜ੍ਹੇ ਜਿਹੇ ਚੰਗੇ ਦਿਲੋਂ ਹੈਗੇ ਆ, ਇਹਨਾਂ ਦੇ ਦਿਲਾਂ ਵਿੱਚ ਕੋਈ ਖੋਟ ਨਹੀਂ ਹੁੰਦੀ। ਜਾਂਦੇ ਵੇਖ ਲਿਆ ਜੀ, ਚੱਲ ਠੀਕ ਹੈ, ਇਹਨਾਂ ਨੂੰ ਤਾਂ ਪਰਦੇ ਤੇ ਵੀ ਇਹਨੇ ਸਾਖਸ਼ਾਤ ਵੇਖ ਲਿਆ। ਇਹੋ ਹੀ ਗੱਲ, ਇਹੀ ਭੁੱਖ ਨੇ ਲੋਕਾਂ। ਪਹਿਲਾਂ ਤਾਂ ਐਕਟਰਸ ਨੂੰ ਆਹ ਦੇਖਣਾ ਚਾਹੀਦਾ ਹੈ ਕਿ ਉਹ ਆਪ ਇਸ ਕਾਬਿਲ ਹੈਗੇ ਨੇ ਕਿ ਰਾਜਨੀਤੀ ਦੇ ਵਿੱਚ ਜਾ ਕੇ ਪ੍ਰਸ਼ਾਸਨ ਨੂੰ ਸੰਭਾਲ ਸਕਣ। ਪਹਿਲਾਂ ਤਾਂ ਲਿਆਕਤ ਦੀ ਗੱਲ ਕਰੋ ਨਾ। ਐਕਟਿੰਗ ਕਰਨਾ ਇੱਕ ਵੱਖਰਾ ਜੌਬ ਹੈ, ਪਰ ਸਿਆਸਤ ਦੇ ਵਿੱਚ ਆ ਕੇ ਸੂਬੇ ਲਈ ਕੰਮ ਕਰਨਾ ਉਹ ਵੱਖਰਾ ਜੌਬ ਹੈ। ਤੁਸੀਂ ਟਾਈਮ ਦੇਣਾ, ਇੱਕ ਤਾਂ ਉਹ ਫੈਕਟਰ, ਔਰ ਦੂਸਰਾ ਤੁਹਾਡੇ 'ਚ ਕਾਬਲੀਅਤ ਹੈਗੀ ਹੈ ਹੈਂਡਲ ਕਰਨ ਦੀ ਪ੍ਰਸ਼ਾਸਨ ਨੂੰ, ਕਿਉਂਕਿ ਤੁਸੀਂ IAS ਆਫੀਸਰ ਨਾਲ ਮਿਲਣਾ ਹੈ, ਵੱਡੇ ਵੱਡੇ ਬਿਊਰੋਕਰੇਟਸ ਨਾਲ ਮਿਲਣਾ ਹੈ, ਵੱਡੇ ਵੱਡੇ ਬਿਜ਼ਨਸਮੈਨ ਨਾਲ ਮਿਲਣਾ ਹੈ, ਇਨਵੈਸਟਰਸ ਨਾਲ ਮਿਲਣਾ ਹੈ, ਸੂਬੇ ਵਾਸਤੇ ਕੰਮ ਕਰਨਾ ਹੈ। ਸੂਬੇ ਵਾਸਤੇ ਤੁਸੀਂ ਪੈਸਾ ਲੈ ਕੇ ਆਉਣਾ, ਜਿਹੜੇ ਇਨਵੈਸਟਰਸ ਲੈ ਕੇ ਆਉਣੇ ਨੇ। ਖੇਤੀਬਾੜੀ ਦੀ ਸਮੱਸਿਆ, ਮਜ਼ਦੂਰਾਂ ਦੀ ਸਮੱਸਿਆ, ਇੰਡਸਟਰੀ ਦੀ ਸਮੱਸਿਆ, ਬਿਜਲੀ ਦੀ ਸਮੱਸਿਆ, ਸਿਵਾਏ ਸਮੱਸਿਆ ਤੋਂ ਤਾਂ ਕੁਝ ਹੈ ਹੀ ਨਹੀਂ। ਤੁਸੀਂ ਆ ਸਕਦੇ ਹੋ ਇੱਧਰ, ਇਹ ਕੰਡਿਆਂ ਦਾ ਤਾਜ ਪਾ ਸਕਦੇ ਹੋ, ਜੇ ਨਹੀਂ ਪਾ ਸਕਦੇ ਹੋ ਤੇ ਜਾਓ, ਫਿਰ ਇੱਥੇ ਕਰਨ ਕੀ ਆਏ ਹੋ? ਮੈਂ ਤੁਹਾਨੂੰ ਦੱਸਾਂ ਗੱਲ, ਪਤਾ ਕੀ ਅੱਗੇ ਇਹਦੇ ਪਿੱਛੇ ਹੈ ਕੀ ਹੈ, ਲਕੂਨਾ ਕੀ ਹੈਗਾ, ਉਹ ਪਤਾ ਸਾਡੇ ਦਰਸ਼ਕ ਜਾਣਦੇ ਆ। ਇਹ ਪਾਰਟੀ ਜਿਹੜੀ ਹੈ ਨਾ, ਉਹਨੂੰ ਚਾਹੀਦਾ ਹੁੰਦਾ ਬੰਦਾ, ਉਹਨੂੰ ਬੰਦਾ ਚਾਹੀਦਾ ਹੁੰਦਾ, ਤੇ ਉਹਨੂੰ ਮੈਂਬਰ ਚਾਹੀਦੇ ਆ। ਬਹੁਮਤ ਹੋ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ ਹੁੰਦਾ, ਉਹਨਾਂ ਨੂੰ ਮੁੜ ਕੇ ਜਾਵੇ ਠੱਠੇ ਖੂਜ, ਉਹਨਾਂ ਨੂੰ ਪਤਾ ਹੁੰਦਾ ਕੌਣ ਹੈਗਾ। ਇੱਕ ਵਾਰੀ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਦੱਸਣਾ ਹੁੰਦਾ ਵੀ ਸਾਡੇ ਕੋਲ ਇੰਨੇ ਮੈਂਬਰ ਪਾਰਲੀਮੈਂਟ ਬਣ ਗਏ ਆ, ਅਸੀਂ ਹੁਣ ਆਹ ਬੰਦਾ ਜਿਹੜਾ ਅੱਗੇ ਹੈਗਾ ਨੋਮੀਨੇਟ ਕਰਤਾ ਪ੍ਰਧਾਨ ਮੰਤਰੀ ਲਈ। ਉਹਦੇ ਬਾਅਦ ਇਹਨਾਂ ਨੇ ਉੱਥੇ ਗਏ ਆ, ਉੱਥੇ ਆ ਕੇ ਇਹਨਾਂ ਨੇ ਵੋਟ ਪਾਤੀ ਆ, ਬਹੁਮਤ ਹੋ ਗਿਆ, ਸਾਈਨ ਹੋ ਗਏ, ਤੇ ਪ੍ਰਧਾਨ ਮੰਤਰੀ ਬਣ ਗਿਆ।
ਮੁੜ ਕੇ ਲੋਕ ਤੁਰੇ ਫਿਰਦੇ ਆ, ਵੇਖਣਗੇ ਕਿੱਧਰ ਗਿਆ ਸਾਡਾ ਐਮਪੀ, ਲੱਭਦਾ ਹੀ ਨਹੀਂਗਾ। ਉਹਦੇ ਤੇ ਐਸਓਐਸ ਵੀ ਜਾਂਦੇ ਆ, ਉਹਦੇ ਤੇ ਗਵਾਚੇ ਦੀ ਭਾਲ ਵੀ ਜਾਂਦੀ ਹੈ, ਹਰ ਪਾਸੇ ਜਾਂਦੀ। ਬਲਕਾਰ ਜੀ ਪਾਰਟੀ ਨੂੰ ਦੇਖਣਾ ਚਾਹੀਦਾ ਹੈ ਕਿ ਟਿਕਟ ਉਹਨੂੰ ਦਿਓ ਜਿਹੜਾ ਕੰਮ ਕਰ ਸਕਦਾ ਹੈ। ਪਾਰਟੀ ਨੂੰ ਦੇਖ, ਯੈਸ ਟਿਕਟ ਤਾਂ ਜਿਹਨੂੰ ਦੇਤੀ ਉਹਨੇ ਤਾਂ ਲੈ ਲੈਣਾ ਕੰਮ, ਚੰਗਾ ਜੀ ਮੈਂ ਆ ਜਾਣਾ। ਜਿਸ ਤਰ੍ਹਾਂ ਆਪਣੇ ਹੰਸਰਾਜ ਜੀ ਇੱਥੋਂ ਇੱਕ ਵਾਰੀ ਹਾਰ ਗਏ ਸੀ ਅਕਾਲੀ ਦਲ ਤੋਂ, ਇੱਥੋਂ ਸੁਖਬੀਰ ਬਾਦਲ ਨੇ ਟਿਕਟ ਦਿੱਤੀ ਸੀ, ਉਹ ਹਾਰ ਗਏ, ਨਹੀਂ ਬਣ ਸਕੇ। ਉਹਦੇ ਬਾਅਦ ਕੁਲਦੀਪ ਮਾਣਕ ਮਹਿਰੂਮ ਨੇ, ਅੱਜ ਕੱਲ੍ਹ ਨਹੀਂ ਸਾਡੇ 'ਚ, ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਸੀ ਤੇ ਕਾਂਗਰਸ ਵੱਲੋਂ, ਉਹ ਵੀ ਹਾਰ ਗਏ ਸੀ ਉਦੋਂ। ਔਰ ਹਾਰਨ ਤੋਂ ਬਾਅਦ ਉਹ ਮੁੜ ਕੇ ਜਿੱਤੇ ਨਹੀਂ। ਬਾਦਲ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਗਾਇਆ ਕਰੋ, ਸਟੇਜ 'ਤੇ ਆਇਆ ਕਰੋ, ਕਲਾਵਾ ਤੁਹਾਡੇ ਕੋਲ, ਤੁਹਾਨੂੰ ਲੋਕ ਜਾਣਦੇ ਆ, ਤੁਸੀਂ ਐਮਐਲਏ ਤੋਂ ਉੱਪਰ ਜੇ, ਤੁਸੀਂ ਇੱਦਾਂ ਨਾ ਕਰੋ, ਸਿਆਸਤ ਵਿੱਚ ਨਾ ਆਓ, ਤੁਹਾਡੀ ਸਿਆਸਤ ਵਿੱਚ ਆ ਕੇ ਹੋਰ ਗਿਰਾਵਟ ਆਊਗੀ, ਤੁਹਾਡੇ ਤੋਂ ਲੋਕ ਮੁਨਕਰ ਹੋ ਜਾਣਗੇ। ਐਗਜ਼ੈਕਟਲੀ ਹਾਂ, ਆਹੀ ਚੀਜ਼ਾਂ ਨੇ। ਹਾਂ, ਮਤਲਬ ਐਕਟਰਸ ਨੂੰ ਖੁਦ ਨੂੰ ਸੋਚਣਾ ਚਾਹੀਦਾ ਬਿਲਕੁਲ, ਕਿ ਤੁਸੀਂ ਕਰਦੇ ਕੀ ਪਏ ਹੋ। ਜੋ ਕੰਮ ਤੁਸੀਂ ਕਰ ਨਹੀਂ ਸਕਦੇ ਉਹਦੇ 'ਚ ਕਿਉਂ ਆਉਂਦੇ ਹੋ। ਜਦੋਂ ਤੁਸੀਂ ਕੋਈ ਫਿਲਮ ਸਾਈਨ ਕਰਦੇ ਹੋ, ਜਿਹੜਾ ਰੋਲ ਤੁਸੀਂ ਨਹੀਂ ਕਰ ਸਕਦੇ, ਤੁਸੀਂ ਉਹ ਫਿਲਮ ਛੱਡ ਦਿੰਦੇ ਹੋ ਨਾ। ਤੇ ਇੱਧਰ ਵੀ ਤੁਸੀਂ ਜਿਹੜਾ ਕੰਮ ਨਹੀਂ ਕਰ ਸਕਦੇ ਰਾਜਨੀਤੀ ਦੇ ਵਿੱਚ, ਛੱਡ ਦਿਓ ਨਾ। ਕਿਉਂ ਆਉਂਦੇ ਪਏ ਹੋ? ਔਰ ਕਾਬਿਲ ਬੰਦਿਆਂ ਨੂੰ ਆਉਣ ਦਿਓ। ਔਰ ਕਈ ਵਾਰ ਕਾਬਿਲ ਬੰਦੇ, ਪਾਰਟੀ ਵਰਕਰਸ, ਸਾਰੀ ਉਮਰ ਪੋਸਟਰ ਹੀ ਲਾਉਂਦੇ ਰਹਿੰਦੇ ਨੇ। ਸਿਆਸਤ ਹਰ ਇੱਕ ਦਾ ਕੰਮ ਨਹੀਂ, ਕੋਈ ਪੁੱਛਦਾ ਹੀ ਨਹੀਂ ਉਹਨਾਂ ਨੂੰ। ਸਾਰੀ ਉਮਰ ਪੋਸਟਰ, ਝੰਡੇ ਆਪਣੀ ਪਾਰਟੀ ਦੇ ਲਾਉਂਦੇ ਰਹਿੰਦੇ ਨੇ, ਥਾਂ ਤੇ ਜਾਂਦੇ ਰਹਿੰਦੇ ਨੇ ਪ੍ਰਚਾਰ ਵਾਸਤੇ। ਕੋਈ ਟਿਕਟ ਨਹੀਂ, ਕੋਈ ਉਹਨਾਂ ਦੇ ਕੰਮ ਦੀ ਕਦਰ ਨਹੀਂ। ਜੇ ਉਹਨਾਂ ਨੇ ਕੁਝ ਕਿਹਾ ਤਾਂ ਜਿਹੜੇ ਵੱਡੇ ਆ ਵਿਧਾਇਕ ਬੈਠੇ ਨੇ, ਲੱਤ ਮਾਰ ਕੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੰਦੇ ਨੇ। ਇਹ ਇਹਨਾਂ ਦਾ ਫਿਊਚਰ ਹੈ, ਇਹ ਇਹਨਾਂ ਦੀ ਸਿਕਿਉਰਿਟੀ ਹੈ। ਔਰ ਜਦੋਂ ਕੋਈ ਕਾਬਿਲ ਬੰਦਾ ਅੱਗੇ ਆਉਣ ਲੱਗਾ, ਉਹ ਜੀ ਸੰਨੀ ਭਾਜੀ ਆ ਗਏ ਨੇ, ਸੰਨੀ ਦਿਓਲ ਆ ਗਏ ਨੇ, ਉਹਨਾਂ ਨੂੰ ਟਿਕਟ ਦੇ ਦਿੱਤੀ, ਹਾਂ ਜੀ ਸੰਨੀ ਭਾਜੀ ਆ ਗਏ ਨੇ, ਉਹ ਵੀ ਖੁੰਝੇ ਜਾ ਕੇ ਬਹਿ ਜਾਏਗਾ ਆਪਣੇ ਆਪ। ਲੋਕਤੰਤਰ ਇਦਾਂ ਦਾ ਹੈਗਾ, ਮੰਨ ਲਓ ਲੋਕਤੰਤਰ ਕੀ ਕਹਿੰਦਾ। ਇਹਦਾ ਜਿਹੜੀ ਉਦਾਹਰਣ ਪੰਜਾਬ ਹੈਗਾ, ਬੰਦਾ ਨਹੀਂ ਜਿੱਤਦਾ, ਸ਼ਖਸੀਅਤ ਨਹੀਂ ਜਿੱਤਦੀ, ਉਹਦਾ ਕੰਮ ਨਹੀਂ ਜਿੱਤਦਾ, ਪਾਰਟੀ ਜਿੱਤਦੀ ਹੈ। ਹੁਣ ਬਾਕੀ ਪਾਰਟੀਆਂ ਤਿੰਨੇ ਨੁਕਰੇ ਲੱਗ ਗਈਆਂ, ਕਾਂਗਰਸ, ਅਕਾਲੀ ਦਲ, ਹੈ ਨਾ, ਬਾਕੀ ਪਾਰਟੀਆਂ ਬੀਐਸਪੀ, ਸਾਰੀਆਂ ਪਾਰਟੀਆਂ ਨੁਕਰੀ ਲੱਗ ਗਈਆਂ। ਰਹਿ ਗਈ ਪਾਰਟੀ ਜਿਹੜੀ ਨਵੀਂ ਪਾਰਟੀ ਆਈ ਸੀ ਆਪ। ਉਹਦੇ ਜਿੱਤੇ ਕੌਣ ਆ? ਜਿਨ੍ਹਾਂ ਦਾ ਚਿਹਰਾ ਹੀ ਨਹੀਂ ਕਦੀ ਵੇਖਿਆ ਲੋਕਾਂ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਵੀ ਇਹ ਪੰਜਾਬ ਦੇ ਲੋਕ ਆ। ਉਹ ਲੋਕ ਜਿੱਤ ਗਏ ਆ, ਜਿਹੜੇ ਵਿੱਚ ਸੂਝਵਾਨ ਸੀ ਸਾਰਾ ਕੁਝ, ਉਹਨਾਂ ਨੂੰ ਮੰਤਰੀ ਮੰਡਲ 'ਚ ਲਿਆ ਹੀ ਨਹੀਂ। ਮੰਤਰੀ ਮੰਡਲ 'ਚ ਉਹ ਆ ਗਏ ਆ, ਉਹ ਮੰਤਰੀ ਵੀ ਬਣ ਗਿਆ, ਉਹ ਮੰਤਰੀ ਮੰਡਲ ਦੇ ਪੋਰਟਫੋਲੀਓ ਦੇ ਹੈੱਡ ਬਣ ਗਏ ਆ। ਇਹ ਹੁੰਦਾ ਲੋਕਤੰਤਰ 'ਚ। ਐਗਜ਼ੈਕਟਲੀ। ਔਰ ਜਿੱਧਰ ਨੂੰ ਲੋਕਾਂ ਦੀ ਸੋਚ ਨਿਕਲ ਗਈ। ਔਰ ਅਸੀਂ ਇਹ ਲੋਕਾਂ ਦੀ ਸੋਚ ਹੀ ਆਪਣੇ ਦਰਸ਼ਕਾਂ ਅੱਗੇ ਲੈ ਕੇ ਆਉਂਦੇ ਆ। ਜੋ ਅਸੀਂ ਬੋਲਦੇ ਆ, ਜੋ ਅਸੀਂ ਕਹਿੰਦੇ ਆ, ਇਹ ਲੋਕਾਂ ਦੇ ਵਿਚਾਰ ਨੇ ਜੋ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਕਿ ਲੋਕ ਇਹ ਵਿਚਾਰ ਰੱਖਦੇ ਨੇ। ਔਰ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ, ਹਕੂਮਤ ਨੂੰ ਵੀ ਔਰ ਹਕੂਮਤ ਨੂੰ ਚਲਾਉਣ ਵਾਲਿਆਂ ਨੂੰ ਵੀ, ਔਰ ਜਿਹੜੇ ਬਾਕੀ ਲੀਡਰ ਸਹਿਬਾਨ ਕੰਮ ਕਰਦੇ ਪਏ ਨੇ ਅੱਜ ਪੋਲਿਟਿਕਸ ਦੇ ਵਿੱਚ, ਰਾਜਨੀਤੀ ਦੇ ਖੇਤਰ ਦੇ ਵਿੱਚ, ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ, ਕਿਉਂਕਿ ਇਹ ਜਨਤਾ ਦੇ ਵਿਚਾਰ ਨੇ ਜੋ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ। ਔਰ ਅੱਗੇ ਜਾ ਕੇ ਜਨਤਾ ਦੇ ਕੀ ਵਿਚਾਰ ਬਣਦੇ ਨੇ ਆਪਾਂ ਗੱਲ ਕਰੀਏ ਕਿ ਫ੍ਰੀ ਬਿਜਲੀ ਦੇਣ ਤੇ ਕੇਂਦਰ ਦਾ ਨਵਾਂ ਹੁਕਮ ਹੈ ਪੰਜਾਬ ਦੇ ਵਾਸਤੇ ਕਿ ਪੰਜਾਬ ਸਰਕਾਰ ਨੂੰ 6 ਕਰੋੜ ਹੋਰ ਦੇਣੇ ਪੈਣਗੇ। ਇਹ ਕਿਉਂ? ਕੇਂਦਰ ਪੰਜਾਬ ਦੇ ਪਿੱਛੇ ਹੱਥ ਧੋ ਕੇ ਪੈ ਗਈ ਆ। ਨਹਾ ਧੋ ਕੇ ਜਾਂ ਹੱਥ ਧੋ ਕੇ, ਦੋ ਤਰ੍ਹਾਂ ਦੇ ਮੁਹਾਵਰੇ ਹੁੰਦੇ ਆ। ਔਰ ਉਹਦੇ ਵਿੱਚ ਜੇ ਪੰਜਾਬ ਸਰਕਾਰ ਨੇ ਇੱਕ ਵੱਡੀ ਸਹੂਲਤ ਦਿੱਤੀ ਆ ਆਪਣੀ ਟਰਮ ਦੇ ਵਿੱਚ, ਬਾਕੀ ਲੋਕ ਭੁੱਲ ਗਏ ਜੋ ਕੁਝ ਦਿੱਤਾ ਨਹੀਂ ਦਿੱਤਾ। ਇਹ ਲੋਕਾਂ ਨੂੰ ਯਾਦ ਆ ਕਿ 300 ਜਿਹੜੇ ਯੂਨਿਟ ਆ ਉਹ ਪਰ ਮੰਥ ਦੇਤੇ ਲੋਕਾਂ ਨੂੰ ਫ੍ਰੀ। ਔਰ ਉਹਦੇ ਵਿੱਚ ਜਿਹੜੇ ਫ੍ਰੀ ਦਿੱਤੇ 600 ਯੂਨਿਟ ਟੋਟਲ ਦਿੱਤੇ ਆ, ਜਨਰਲ ਕੈਟਾਗਰੀ ਨੂੰ ਤੇ ਰਿਜ਼ਰਵ ਕੈਟਾਗਰੀ, ਸਾਰੀ ਕੈਟਾਗਰੀ ਨੂੰ। ਔਰ ਇਹ ਬਹੁਤ ਵੱਡਾ ਇਹਨਾਂ ਦਾ ਇੱਕ ਮਾਰਕਾ ਕਿਆ ਮੰਨ ਲਿਆ। ਪਰ ਹੋ ਸਕਦਾ ਕੇਂਦਰ ਨੂੰ ਇਹ ਗੱਲ ਨਾ ਪਚੀ ਹੋਵੇ। ਉਹਨਾਂ ਨੇ ਕਹਿਤਾ ਕਿ ਹੁਣ ਨਵਾਂ ਹੁਕਮ ਹੈਗਾ ਕਿ ਜਿਹੜਾ ਪੈਸਾ ਐਡਵਾਂਸ ਪਹਿਲਾਂ ਦਿੰਦੇ ਸੀਗਾ 6 ਕਰੋੜ ਰੁਪਈਆ, ਸਾਰਾ ਜਿਹੜਾ ਪਹਿਲਾਂ ਐਡਵਾਂਸ ਦਿਓ ਤਾਂ ਦੇ ਸਹੂਲਤ ਬਰਕਰਾਰ ਰਹੂਗੀ, ਨਹੀਂ ਤਾਂ ਉਹਦੇ ਵਿੱਚ ਦੁਬਾਰਾ ਇਹ ਬੰਦ ਕਰ ਦਿੱਤੀ ਜਾਣੀ ਜਿਹੜੀ ਸਹੂਲਤ ਦਿੱਤੀ ਹੈ ਬਿਜਲੀ ਦੀ। ਔਰ ਲੋਕ ਫਿਰ ਨਾਰਾਜ਼ ਹੋਣਗੇ। ਲੋਕਾਂ ਨੇ ਆਪ ਨੂੰ ਕਹਿਣਾ ਵੀ ਇਹ ਗੱਲ ਗਲਤ ਕਰ ਰਹੀ ਹੈ, ਇਹਨਾਂ ਨੂੰ ਪਹਿਲਾਂ ਚਾਹੀਦਾ ਇਹਨਾਂ ਕੋਲ ਪੈਸਾ ਕਿੱਧਰ ਗਿਆ। ਜੇ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜੇ ਇਹਨਾਂ ਦੇ ਫੰਡ 'ਚ ਪੈਸੇ ਨਹੀਂ ਹੈਗਾ ਤਾਂ ਐਡਵਰਟਾਈਜ਼ਮੈਂਟ ਰੋਕ ਲੈਣ, ਬਾਕੀ ਰੋਕ ਲੈਣ, ਤੇ 6 ਕਰੋੜ ਰੁਪਈਆ ਜਮ੍ਹਾਂ ਕਰਾ ਦੇਣ ਉੱਥੇ। ਲੋਕਾਂ ਨੂੰ ਜੇ ਸਹੂਲਤ ਦੇਣੀ ਆ, ਇਹਦੇ ਵਿੱਚੋਂ ਖਜ਼ਾਨੇ 'ਚੋਂ ਕੁਛ ਨਾ ਕੁਛ ਤਾਂ ਜਾਊਗਾ। ਇਹ ਨਹੀਂ ਗਾ ਕਿ ਇੰਦਰ ਦੇਵਤਾ ਦਾ ਮੀਂਹ ਆ ਗਿਆ ਤਾਂ ਮੀਂਹ ਪੈ ਗਿਆ ਤਾਂ ਫ੍ਰੀ ਆਫ ਕਾਸਟ ਸਾਰੀਆਂ ਫਸਲਾਂ ਹੋ ਜਾਣਗੀਆਂ। ਉਹਦੇ ਵਿੱਚ ਛੋਲੇ, ਉਹਦੇ ਵਿੱਚ ਮੱਕੀ, ਉਹਦੇ 'ਚ ਝੋਨਾ, ਸਾਰਾ ਕੁਝ ਹੋ ਜਾਊਗਾ। ਫਿਰ ਉਹ ਕਈ ਵਾਰੀ ਤੁਹਾਡੇ ਜਿਹੜੀ ਆ ਨੁਕਸਾਨ ਵੀ ਕਰ ਦਿੰਦੀ ਆ। ਪਾਣੀ ਦੀ ਆਫਤ ਜਿੱਦਾਂ ਹੁਣ ਕੀਤਾ, ਇਹ ਹੁਣ ਆ ਜਿਹੜੀ ਇਹਨਾਂ ਦੀ ਸਹੂਲਤ ਦਿੱਤੀ ਆ, ਆਫਤ ਬਣ ਕੇ ਆ ਗਏ ਇਹਨਾਂ ਦੇ। ਹੁਣ ਇਹ ਵੇਲੇ ਜੇ ਬੰਦ ਹੋ ਗਈ ਤਾਂ ਲੋਕ ਇਹਨਾਂ ਦੇ ਐਂਟੀ ਹੋ ਜਾਣੇ ਆ। ਅਤੇ ਇਹਨਾਂ ਦਾ 1.5-2 ਸਾਲ ਜਿਹੜਾ ਬਚਦਾ ਹੈਗਾ ਉਹਦੇ ਵਿੱਚ ਹੀ ਲੋਕਾਂ ਨੇ ਇਹਨਾਂ ਦੀ ਬੁਣਤੀ ਬੁਣ ਦੇਣੀ ਹੈ ਵੀ ਆਹ ਚੰਗਾ ਕੰਮ ਕਰ ਦਿੱਤਾ ਤੁਸੀਂ। ਕਹਿੰਦੇ ਕੁਛ ਤੇ ਕਰਦੇ ਕੁਛ। ਤੁਹਾਨੂੰ ਇਹ ਨਹੀਂ ਪਤਾ ਹੈਗਾ ਕਿ 6 ਕਰੋੜ ਰੁਪਈਆ ਦੇਣਾਗਾ। ਹੁਣ ਕਿੱਧਰ ਗਿਆ 6 ਕਰੋੜ ਰੁਪਈਆ? ਲੋਕਾਂ ਨੇ ਆਲੋਚਨਾ ਕਰਨੀ, ਲੋਕ ਪੜ੍ਹ ਲਿਖ ਕੇ ਆ, ਉਹਦੇ 'ਚ ਚਿੰਤਕ ਵੀ ਬੈਠੇ ਆ, ਸਕਾਲਰ ਵੀ ਬੈਠੇ ਆ, ਅਰਥ ਸ਼ਾਸਤਰੀ ਵੀ ਬੈਠੇ ਆ, ਉਹ ਸਾਰਿਆਂ ਨੂੰ ਪਤਾ ਹੈਗਾ। ਪਰ ਇਹਨਾਂ ਨੂੰ ਇਸ ਗੱਲ ਦਾ ਬਚਾਅ ਕਰਨਾ ਚਾਹੀਦਾ। ਹੁਣੇ ਸੰਕੇਤ ਆ ਗਿਆ ਔਰ ਕੋਈ ਵੀ ਉਹਨਾਂ ਨੂੰ ਕਾਰਜ ਫੰਡ ਤਾਂ ਦੇ ਨਹੀਂ, ਸੈਂਟਰ ਨੇ ਬੰਦ ਕਰ ਦਿੱਤੇ ਸਾਰੇ, ਅਜੇ ਆਇਆ ਕੁਛ ਨਹੀਂ ਹੈਗਾ। ਪੰਚਾਇਤਾਂ ਰੋਣ ਡਈਆਂ ਕਿ ਸਾਡੇ ਜਿਹੜੇ ਗਲੀਆਂ ਨਾਲੀਆਂ ਪੁਲ ਸੜਕਾਂ ਬਣਨੀਆਂ ਉਹ ਕਿੱਧਰੋਂ ਬਣਨਗੀਆਂ,
ਪ੍ਰਧਾਨ ਮੰਤਰੀ ਸੜਕ ਯੋਜਨਾ ਹੈਗੀ ਆ, ਉਹਦੇ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈਗੀਆਂ। ਲੋਕਾਂ ਨੂੰ, ਲੋਕ ਬਗੈਰ ਛੱਤਾਂ ਬੈਠੇ ਆ, ਕਈ ਘਰ ਟੁੱਟ ਗਏ, ਢਹਿ ਗਏ ਆ, ਲੋਕ ਮਰ ਗਏ ਇਹ ਪੰਜਾਬ 'ਚ। ਅਸੀਂ ਕਹਿੰਦੇ ਪੰਜਾਬ ਖੁਸ਼ਹਾਲ ਹੋ ਗਿਆ, ਖੁਸ਼ਹਾਲੀ ਕਿੱਧਰ ਦੀ ਹੈਗੀ ਆ? ਕੇਂਦਰ ਜੇ ਬਾਂਹ ਨਹੀਂ ਫੜਦਾ ਤਾਂ ਬੜਾ ਮਾੜਾ ਹਾਲ ਹੋ। ਇੱਕ ਹੋਰ ਮਸਲਾ ਜਿਹੜਾ ਬਹੁਤ ਜ਼ਿਆਦਾ ਭਖਿਆ ਹੋਇਆ ਕਾਫੀ ਦੇਰ ਤੋਂ, ਦਿੱਲੀ ਦੇ ਵਿੱਚ ਕੇਂਦਰ ਸਰਕਾਰ ਆਪਣਾ ਕਬਜ਼ਾ, ਕਹਿੰਦੇ ਨੇ ਕਬਜ਼ਾ ਕਰਨਾ ਚਾਹੁੰਦੀ ਹੈ, ਜਿੱਦਾਂ ਸਰਕਾਰੀ ਬੋਲੀ ਵੀ ਕਹਿ ਸਕਦੇ ਹਾਂ ਜਾਂ ਵਿਰੋਧੀ ਧਿਰਾਂ ਦੀ ਬੋਲੀ ਵੀ ਕਹਿ ਸਕਦੇ ਹਾਂ। ਕਬਜ਼ਾ ਉਹ ਇਸ ਤਰ੍ਹਾਂ ਕਿ ਆਰਡੀਨੈਂਸ ਲਿਆ ਕੇ, ਔਰ ਉਹ ਮਤਾ ਪਾਸ ਵੀ ਹੋ ਗਿਆ, ਅਸੀਂ ਜਾਣਦੇ ਹਾਂ ਪਾਰਲੀਮੈਂਟ ਦੇ ਵਿੱਚ। ਔਰ ਉਸ ਤੋਂ ਬਾਅਦ ਕੇਜਰੀਵਾਲ ਇਹ ਕਹਿ ਰਹੇ ਨੇ ਕਿ ਜੇ ਸਭ ਕੁਝ ਕੇਂਦਰ ਦੇ ਹੱਥਾਂ 'ਚ ਹੈ ਤਾਂ ਫਿਰ ਮੈਨੂੰ ਕਿਉਂ ਚੁਣ ਕੇ ਬਿਠਾਇਆ ਹੋਇਆ ਦਿੱਲੀ ਦੇ ਵਿੱਚ? ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਦਿੱਲੀ ਕੋਈ ਸਟੇਟ ਹੈ, ਸੂਬਾ ਹੈ, ਇਹਦਾ ਸਟੇਟਸ ਕੀ ਹੈ ਕਨਸਟੀਟਿਊਸ਼ਨ ਦੇ ਮੁਤਾਬਿਕ? ਮੈਨੂੰ ਇਹੀ ਕਲੀਅਰ ਨਹੀਂ ਹੈਗਾ। ਤੇ ਮੇਰੇ ਅਹੁਦੇ ਦਾ ਮਤਲਬ ਕੀ ਹੈ? ਤੇ ਉਹ ਚਾਹੁੰਦੇ ਸੀਗੇ ਕਿ ਬਾਕੀ ਵਿਰੋਧੀ ਧਿਰਾਂ ਵੀ ਉਹਨਾਂ ਦੇ ਨਾਲ ਖੜੀਆਂ ਹੋਣ, ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਜੇ ਦਿੱਲੀ ਦੇ ਵਿੱਚ ਇਹ ਐਕਸਪੈਰੀਮੈਂਟ ਕਾਮਯਾਬ ਹੋ ਜਾਂਦਾ ਕੇਂਦਰ ਦਾ, ਤੇ ਬਾਕੀ ਸੂਬਿਆਂ ਦੇ ਵਿੱਚ ਵੀ ਉਹ ਇਹ ਐਕਸਪੈਰੀਮੈਂਟ ਕਰਨਾ ਚਾਹਣਗੇ। ਤਾਂ ਜਿਹੜੀਆਂ ਬਾਕੀ ਸੂਬੇ ਦੀਆਂ ਸਰਕਾਰਾਂ ਨੇ ਉਹ ਮੁੱਖ ਮੰਤਰੀ ਨਹੀਂ ਚਲਾਉਣਗੇ, ਬਲਕਿ ਉਹ ਰਾਜਪਾਲ ਤੇ ਉਪ ਰਾਜਪਾਲ ਮਿਲ ਕੇ ਚਲਾਇਆ ਕਰਨਗੇ। ਸਭ ਕੁਝ ਸੈਂਟਰਲਾਈਜ਼ਡ ਹੋ ਜਾਏਗਾ, ਕਿਉਂਕਿ ਸਾਡਾ ਜਿਹੜਾ ਫੈਡਰਲ ਸਿਸਟਮ ਹੈ, ਸੰਘੀ ਢਾਂਚਾ ਹੈ ਕਨਸਟੀਟਿਊਸ਼ਨ ਦਾ, ਉਹਦੇ ਵਿਰੁੱਧ ਚਲੀ ਜਾਂਦੀ ਹੈ, ਡੈਮੋਕ੍ਰੇਸੀ ਦੇ ਵਿਰੁੱਧ ਚਲੀ ਜਾਂਦੀ ਹੈ ਇਹ ਵਿਚਾਰਧਾਰਾ। ਇਹ ਮਸਲਾ ਪਾਰਲੀਮੈਂਟ 'ਚ ਵੀ ਗੂੰਜਿਆ ਔਰ ਪੂਰੇ ਹਿੰਦੁਸਤਾਨ ਵਿੱਚ ਵੀ ਗੂੰਜਿਆ, ਔਰ ਇਸ ਆਵਾਜ਼ ਨੇ ਸਾਰੀਆਂ ਪਾਰਟੀਆਂ ਨੂੰ ਬੜਾ ਸਤਰਕ ਕਰ ਦਿੱਤਾ। ਕਿਉਂਕਿ ਆਰਡੀਨੈਂਸ ਜਦੋਂ ਇਹਨਾਂ ਨੇ ਕਹਿਤਾ ਕਿ ਅਸੀਂ ਇਹ ਜਾਰੀ ਕਰ ਦੇਣਾ ਗਾ, ਉਹਦੇ ਵਿੱਚ ਲੋਕ ਸਭਾ 'ਚ ਪੇਸ਼ ਵੀ ਹੋ ਗਿਆ। ਪੇਸ਼ ਹੋਣ ਤੋਂ ਬਾਅਦ ਬਹੁਮਤ ਵੀ ਮਿਲ ਗਿਆ, ਬਹੁਮਤ ਤਾਂ ਮਿਲਣਾ ਹੀ ਹੈਗਾ, ਪਰ ਉਹ 'ਚ ਰੌਲਾ ਰੱਪਾ ਪਿਆ। ਉਹਦੇ ਵਿੱਚ ਵਿਰੋਧੀ ਧਿਰਾਂ ਨੇ ਉਹਦੀ ਜਿਹੜੀ ਅਗਵਾਈ ਨਹੀਂ ਕੀਤੀ, ਉਹਦੇ 'ਤੇ ਆਲੋਚਨਾ ਕੀਤੀ। ਪਰ ਉਹਦੇ ਤੋਂ ਬਾਅਦ ਜਿਹੜੀ ਕੇਂਦਰ ਸਰਕਾਰ ਮਜ਼ਬੂਤੀ 'ਚ ਆ ਗਈ, ਉਹਨਾਂ ਨੇ ਕਰ ਦਿੱਤਾ। ਔਰ ਕੇਜਰੀਵਾਲ ਨੇ ਪਹਿਲਾਂ ਹੀ ਲੋਕਾਂ ਨੂੰ, ਆਪਣੇ ਨੇਤਾਵਾਂ ਨੂੰ ਅਲਰਟ ਕਰ ਦਿੱਤਾ ਸੀ। ਮੇਨ ਮਸਲਾ ਜਿਹੜਾ ਉੱਥੇ ਸੀ, ਬੰਗਲੁਰੂ ਮੀਟਿੰਗ ਹੋਈ ਇਹਨਾਂ ਦੀ, ਜਿਸ 'ਚ ਇੰਡੀਆ ਨਾਂ ਰੱਖਿਆ ਗਿਆ। ਰਾਹੁਲ ਗਾਂਧੀ ਵੱਲੋਂ ਪ੍ਰਪੋਜ਼ਲ ਗਿਆ ਸੀਗਾ ਕਿ ਇੰਡੀਆ ਰੱਖੀਏ ਇਹਦਾ ਨਾਂ, ਔਰ ਉਹਦੇ 'ਤੇ ਉਹਨਾਂ ਨੇ ਫੁੱਲ ਚੜਾਏ। ਚਲੋ ਇੰਡੀਆ ਰੱਖਣ ਤੋਂ ਬਾਅਦ ਇਹ ਹੋ ਗਿਆ, ਪਰ ਉਹਨਾਂ ਨੇ ਕਿਹਾ ਰਾਹੁਲ ਗਾਂਧੀ ਨੂੰ ਕਿ ਹੋਰ, ਰਾਹੁਲ ਗਾਂਧੀ ਤੋਂ ਬਾਅਦ ਕੇਜਰੀਵਾਲ ਨੂੰ ਕਿਹਾ ਕਿ ਤੂੰ ਹੋਰ ਗੱਲ ਵੀ ਤਾਂ ਕੋਈ ਕਰ, ਕਿ ਜਿਹੜਾ ਆਰਡੀਨੈਂਸ ਇਹਦੀ ਗੱਲ ਤੋਂ ਪਹਿਲਾਂ ਪਾਰਟੀ ਨੂੰ ਇਕਮੁੱਠ ਹੋਣਾ ਚਾਹੀਦਾ, ਇਕਜੁੱਟ ਹੋਣਾ ਚਾਹੀਦਾ। ਪਰ ਉਹਦੇ 'ਤੇ ਜ਼ਿਆਦਾ ਧਿਆਨ ਇਹ ਸੀ ਕਿਉਂਕਿ ਤਲਵਾਰ ਉਹਦੇ 'ਤੇ ਲਟਕ ਰਹੀ ਸੀ, ਕੇਜਰੀਵਾਲ 'ਤੇ। ਇਹ ਮਸਲਾ ਬਿਲਕੁਲ ਉਸੇ ਵੇਲੇ ਹੱਲ ਹੋਣ ਦੀ ਗੁੰਜਾਇਸ਼ ਹੈਗਾ ਸੀਗਾ। ਇਹਨਾਂ ਨੂੰ ਚਾਹੀਦਾ ਸੀ ਕਿ ਜੋਨਲ ਤਰੀਕੇ ਨਾਲ ਪਾਰਟੀ ਦੀ ਜਿਹੜੀ ਹੈਗੀ ਹੈ ਪਾਰਲੀਮੈਂਟ 'ਚ ਚਰਚਾ ਕਰਵਾਉਂਦੇ। ਚਰਚਾ ਨਹੀਂ ਹੋਈ, ਸਿੱਧਾ ਬਿੱਲ ਪੇਸ਼ ਹੋ ਗਿਆ। ਉਸ ਤੋਂ ਬਾਅਦ ਰਹੀ ਗੱਲ ਇਹਦੀ ਹਮਾਇਤ, ਜਦੋਂ ਆਰਡੀਨੈਂਸ ਦੀ ਹਮਾਇਤ ਆਪ ਵੱਲੋਂ ਹੋ ਗਈ, ਆਪ ਨੇ ਕਰ ਦਿੱਤੀ ਸੀ ਇਹਦੀ, ਕਾਂਗਰਸ ਉੱਤੋਂ ਵੱਖਰੇ ਪਾਸੇ ਰਹੀ। ਫਿਰ ਬੰਗਲੁਰੂ ਦੇ ਵਿੱਚ ਜਦੋਂ ਇਕੱਠੇ ਹੋ ਗਏ, ਉਦੋਂ ਇਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਆ ਹਾਈ ਕਮਾਂਡ ਤੇ ਆਪ ਨਾਲ ਮਿਲਣਾ ਚਾਹੂਗੀ, ਇਹਨਾਂ ਦਾ ਗੱਠਜੋੜ ਹੋ ਜਾਊਗਾ। ਪੰਜਾਬ ਸਰਕਾਰ ਦੀ ਜਿਹੜੀ ਹੈਗੀ ਮਾਨ ਸਰਕਾਰ ਆ, ਔਰ ਇਹਦੇ ਵਿੱਚ ਕਾਂਗਰਸ ਸਰਕਾਰ ਜਿਹੜੀ ਆ, ਕਾਂਗਰਸ ਪਾਰਟੀ ਆਪੋ 'ਚ ਮਿਲਣਗੀਆਂ। ਉਦੋਂ ਬਾਅਦ ਖੜਕੇ ਸਾਹਿਬ ਇਹਦੇ ਪ੍ਰਧਾਨ ਨੇ, ਨੈਸ਼ਨਲ ਪ੍ਰੈਜ਼ੀਡੈਂਟ, ਔਰ ਜਿਹੜੇ ਸੂਬਾ ਪ੍ਰਧਾਨ ਨੇ ਰਾਜਾ ਅਮਰਿੰਦਰ ਵੜਿੰਗ ਜੀ, ਔਰ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ, ਇਹਨਾਂ ਦੋਵਾਂ ਨੇ ਖੜਕੇ ਸਾਹਿਬ ਨੂੰ ਮੈਸੇਜ ਦਿੱਤਾ ਕਿ ਉਹਨਾਂ ਨੂੰ ਕਿਹਾ, ਲੈਟਰ ਵੀ ਲਿਖਿਆ ਵੀ ਤੁਸੀਂ ਇਹ ਗੱਲ ਨਾ ਕਰੋ, ਆਪ ਨਾਲ ਨਾ ਮਿਲੋ। ਆਪ ਨਾਲ ਮਿਲਾਂਗੇ ਤੇ ਅਸੀਂ ਹਾਈ ਕਮਾਂਡ ਦੀ ਜਿਹੜੀ ਆ ਉਹ ਜਿਹੜੀ ਸਾਰਾ ਉਹਦਾ ਸਟੇਟਸ ਖਰਾਬ ਹੋ ਜਾਂਦਾ, ਅਸੀਂ ਇਹਦੇ ਨਾਲ ਨਹੀਂ ਮਿਲਾਂਗੇ, ਅਸੀਂ ਆਪਣੀ ਹੋਂਦ ਆਪ ਰੱਖੀਏ। ਇਹਨਾਂ ਨੇ ਕਹਿਤਾ ਸੀਗਾ ਦੂਜੇ ਵੜਿੰਗ ਸਾਹਿਬ ਨੇ ਕਿ ਜੇ ਅੱਜ ਅਸੀਂ ਮਿਲਦੇ ਹਾਂ ਤੇ ਸਾਡੇ ਜਿਹੜੇ ਮੰਤਰੀ ਇੱਕ ਦੋ ਹੋਣਗੇ ਕਾਂਗਰਸ ਦੇ, ਕੀ ਆਪ ਉਹਨਾਂ ਨੂੰ ਮੰਤਰੀ ਬਣਾ ਦੋਗੇ? ਕਹਿੰਦਾ ਕਦੇ ਵੀ ਸਾਰੀ ਉਮਰ ਨਹੀਂ ਹੋ ਸਕਦਾ, ਬੀਜੇਪੀ ਉਹਨਾਂ ਨੂੰ ਮੰਤਰੀ ਬਣਾ ਦੂਗੀ, ਕਦੇ ਵੀ ਨਹੀਂ ਬਣਾ ਸਕਦੀ। ਔਰ ਅਸੀਂ ਇਹ ਕਿਉਂ ਸੋਚਦੇ ਹਾਂ ਕਿ ਉਹਨਾਂ ਦੇ ਨਾਲ ਅਸੀਂ ਗੱਠਜੋੜ ਦੇ ਵਿੱਚ ਮਿਕਸ ਹੋ ਕੇ ਤੇ ਉਹਨਾਂ ਦੀ ਹਾਈ ਕਮਾਂਡ ਦੀ ਗੱਲ ਮੰਨ ਲਈਏ? ਪਰ ਖੜਕੇ ਸਾਹਿਬ ਉੱਥੇ ਅੜੇ ਰਹੇ। ਉਹਨਾਂ ਕਹਿਤਾ ਕਿ ਨਹੀਂ, ਜੋ ਕੁਝ ਅਸੀਂ ਬੰਗਲੁਰੂ ਦੀ ਮੀਟਿੰਗ ਵਿੱਚ ਕਰ ਲਿਆ ਉਹ ਬਿਲਕੁਲ ਇਨ ਬਿਨ ਰਹੇਗਾ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਗੀ। ਜੇ ਪੂਰੇ ਹਿੰਦੁਸਤਾਨ ਚੜੀ ਹੈ ਤੇ ਕਾਂਗਰਸ ਪੰਜਾਬ ਦੀ ਜਿਹੜੀ ਇਸ ਗੱਲ 'ਚ, ਜਿਹੜੀ ਪੰਜਾਬ ਦੀ ਕਾਂਗਰਸ ਖੇਤਰੀ ਪਾਰਟੀ ਹੈ, ਉਹਨੇ ਕਿਹਾ ਕਿ ਨਹੀਂ ਅਸੀਂ ਇਸ ਪਾਸੇ ਆਵਾਂਗੇ। ਪਰ ਆਉਣਾ ਪਿਆ ਹੁਣ, ਕਿਉਂਕਿ ਉਸ ਵੇਲੇ ਸਾਰੀਆਂ ਪਾਰਟੀਆਂ ਦਾ ਇੱਕ ਗੱਠਜੋੜ ਬਣ ਗਿਆ, ਇਹਨਾਂ ਨੂੰ ਆਉਣਾ ਪੈਣਾ ਸੀਗਾ। ਇਹ ਸਾਰਾ ਹੀ ਉੱਥੇ ਹੋਇਆ। ਇਹ ਦੋ ਪਾਸੇ ਰੌਲਾ ਪੈਂਦਾ ਰਿਹਾ, ਦਿੱਲੀ ਔਰ ਪੰਜਾਬ 'ਚ। ਦਿੱਲੀ 'ਚ ਰੌਲਾ ਪੈਣ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਉਹਦਾ ਕੋਈ ਇਸ ਤਰ੍ਹਾਂ ਦੀ ਹਮਾਇਤ ਨਹੀਂ ਕੀਤੀ। ਜੇ ਹਮਾਇਤ ਕਰਦੇ, ਰਲ ਕੇ ਚੱਲਦੇ, ਆਰਡੀਨੈਂਸ ਅੱਜ ਉਹਦੀ ਇੰਪਲੀਮੈਂਟ ਨਾ ਹੁੰਦਾ, ਔਰ ਉਹ ਹੁਣ ਸਾਰੇ ਪਾਸੇ ਹੋ ਗਿਆ। ਪਰ ਇਹਦੇ 'ਤੇ ਆਪ ਪਾਰਟੀ ਦੇ ਇੱਕ ਸੁਸ਼ੀਲ ਰਿੰਕੂ ਨੇ, ਉਹਨਾਂ ਨੇ ਰੋਸ ਪ੍ਰਗਟਾਇਆ, ਕਾਗਜ਼ ਪਾੜਤੇ, ਸੁੱਟੇ ਕਾਗਜ਼। ਹੋ ਸਕਦਾ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਆਪ ਪਾਰਟੀ ਦੇ ਵਿਧਾਨ ਸਭਾ 'ਚ ਰਹੇ, ਉਹਨਾਂ ਨੂੰ ਪਾਰਲੀਮੈਂਟ ਦਾ ਪਤਾ ਨਹੀਂ ਕਿ ਉਹਦੀ ਪਰੰਪਰਾ, ਉਹਦੀ ਟ੍ਰੈਡੀਸ਼ਨ ਕੀ ਹੁੰਦੀ ਆ। ਉਹ ਵਿਧਾਨ ਸਭਾ ਸਮਝ ਬੈਠੇ, ਔਰ ਉਹਨਾਂ ਨੇ ਉੱਥੋਂ ਬਰਖਾਸਤ ਕਰ ਦਿੱਤਾ। ਉਹ ਬਾਹਰ ਬੈਠੇ ਆ, ਔਰ ਆ ਮੌਨਸੂਨ ਪਾਉਣਾ ਦੇ ਵਿੱਚ ਜਿਹੜੀ ਮੌਨਸੂਨ ਸਮਾਗਮਾਂ 'ਚ ਨਹੀਂ ਜਾਣਗੇ। ਔਰ ਦੂਜੇ ਪਾਸੇ ਸੰਜੇ ਕੁਮਾਰ ਆ, ਉਹ ਵੀ ਆਪ ਦੇ ਗਿਆ, ਉਹਨਾਂ ਨੂੰ ਵੀ ਕੱਢ ਦਿੱਤਾ।
ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦੀ ਬਾਤ ਕੰਮ ਕੀਤਾ, ਉਹ ਵੀ ਬਾਹਰ ਕੱਢਤੇ। ਸੋਨੀਆ ਗਾਂਧੀ ਖੁਦ ਉਹਨਾਂ ਨੂੰ ਮਿਲੀ ਹੈ, ਆਪ ਵਾਲਿਆਂ ਨੂੰ। ਹੁਣ ਇਹਨਾਂ ਦੇ ਨੇਤਾ ਆਪੋ ਵਿੱਚ ਮਿਲ ਰਹੇ ਆ, ਜਿਨ੍ਹਾਂ ਨੂੰ ਬਰਖਾਸਤ ਕਰਕੇ ਬਾਹਰ ਕੱਢ ਦਿੰਦੇ ਆ। ਉਸੇ ਤਰ੍ਹਾਂ ਹੀ ਹੈਗਾ, ਰਾਹੁਲ ਗਾਂਧੀ ਦਾ ਵੀ ਇਹੀ ਮਸਲਾ ਹੋ ਗਿਆ, ਉਹਨਾਂ ਨੂੰ ਵੀ ਬਾਹਰ ਕੱਢਿਆ। ਜਿਹੜਾ ਨੇਤਾ ਥੋੜ੍ਹਾ ਜਿਹਾ ਸਿਰ ਚੁੱਕਦਾ, ਥੋੜ੍ਹੀ ਜਿਹੀ ਗੱਲ ਕਰਦਾ, ਉਹਨਾਂ ਨੂੰ ਕੱਢ ਕੇ ਬਰਖਾਸਤ ਕਰ ਦਿੰਦੇ ਆ। ਇਹ ਹੈਗੀ ਹੈ, ਇਹ ਤਾਂ ਗੌਰਮੈਂਟ ਜਿਹੜੀ ਹੈਗੀ ਹੈ, ਸਰਕਾਰ ਹੈਗੀ, ਕੇਂਦਰ ਸਰਕਾਰ, ਉਹ ਕਰਦੀ ਆ, ਪਾਵਰ ਉਹਨਾਂ ਕੋਲ। ਪਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਇਹਨਾਂ 'ਚ ਏਕਤਾ ਯੂਨਾਈਟ ਨਹੀਂ ਹੋ ਰਹੀਆਂ। ਹੁਣ ਆਉਣ ਵਾਲਾ ਜਿਹੜਾ ਪ੍ਰਧਾਨ ਮੰਤਰੀ ਚੁਣਨਾ, ਉਹ 'ਚ ਵੀ ਵੇਖੋ ਲੜਾਈ ਹੋਊਗੀ, ਉਹਦੇ ਵਿੱਚ ਵੀ ਹੋਣਾ। ਕਾਂਗਰਸ ਨੇ ਕਹਿਣਾ ਸਾਡਾ ਬੰਦਾ ਹੋਣਾ ਚਾਹੀਦਾ, ਕਾਂਗਰਸ ਦਾ ਤਾਂ ਹੈ ਹੀ ਰਾਹੁਲ ਗਾਂਧੀ। ਬਾਕੀ ਪਾਰਟੀਆਂ ਜਿਹੜੀ ਖੇਤਰੀ ਹੈਗੀਆਂ, ਨਿਤੀਸ਼ ਕੁਮਾਰ ਦਾ ਵੀ ਅੱਗੇ ਆਊਗਾ, ਲਾਲੂ ਯਾਦਵ ਵੀ ਬੈਠੇ ਉਹਦੇ 'ਚ, ਮਮਤਾ ਬੈਨਰਜੀ ਵੀ ਬੈਠੇ ਆ, ਪ੍ਰਮੁੱਖ ਨੇਤਾ ਬੈਠੇ ਆ, ਜਿਨ੍ਹਾਂ ਦਾ ਅਸੀਂ ਨਾਂ ਦੱਸ ਰਹੇ, ਸਾਡੇ ਦਰਸ਼ਕ ਜਾਣਦੇ ਆ। ਇਹ ਮਸਲਾ ਇਸ ਵੇਲੇ ਇੰਨਾ ਗੰਭੀਰ, ਇੰਨਾ ਨਾ ਟਿਕਣ ਵਾਲਾ ਹੋ ਗਿਆ, ਜਿਹਦੀ ਇਸ ਵੇਲੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾਂਦੀ ਕਿ ਕੀ ਹੋਊਗਾ। ਦੇਸ਼ ਵਿੱਚ ਇਸ ਵੇਲੇ ਹਫੜਾ ਥਫੜੀ ਤੇ ਕਈ ਤਰ੍ਹਾਂ ਦੇ ਉੱਦਾਂ ਦੇ ਹਲਚਲ ਹੋ ਗਈ ਹੋ ਗਈ ਹੈ। ਔਰ ਲੋਕਾਂ ਨੂੰ ਮਤਲਬ ਸਮਝ ਨਹੀਂ ਆ ਰਿਹਾ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈ, ਲੋਕ ਸਹਿਮੇ ਹੋਏ ਨੇ। ਔਰ ਇਹਦਾ ਇਲਾਜ ਕੀ ਹੈ? ਜਾਂ ਤਾਂ ਹੁਣ ਸੁਪਰੀਮ ਕੋਰਟ ਜਾਣਾ ਪਏਗਾ ਉਹਨਾਂ ਨੂੰ, ਸਹੀ ਗੱਲ, ਔਰ ਉਸ ਦੇ ਲਈ ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇਣੀ ਪਏਗੀ ਕਿ ਅਸੀਂ ਇਹ ਨਹੀਂ ਮੰਨਦੇ, ਪਾਰਟੀਆਂ ਨੂੰ ਜਾਣਾ ਪਏਗਾ ਔਰ ਇਹਦੇ ਵਿਰੁੱਧ ਇੱਕ ਐਪਲੀਕੇਸ਼ਨ ਦੇਣੀ ਪਏਗੀ। ਔਰ ਦੂਸਰਾ ਇਹ ਹੈ ਕਿ 2024 ਦੀਆਂ ਇਲੈਕਸ਼ਨਸ, 2024 ਦੀਆਂ ਇਲੈਕਸ਼ਨਸ ਦੇ ਵਿੱਚ ਜੇ ਬੀਜੇਪੀ ਰਿਪੀਟ ਨਹੀਂ ਹੁੰਦੀ, ਮੋਦੀ ਸਾਹਿਬ ਰਿਪੀਟ ਨਹੀਂ ਹੁੰਦੇ, ਤਾਂ ਉਸ ਤੋਂ ਬਾਅਦ ਜੋ ਨਵੇਂ ਪ੍ਰਧਾਨ ਮੰਤਰੀ ਬਣਨਗੇ, ਨਵੀਂ ਪਾਰਟੀ ਆਏਗੀ, ਉਹ ਇਸ ਫੈਸਲੇ ਦੇ ਉੱਤੇ ਕੋਈ ਐਕਸ਼ਨ ਲੈ ਸਕਦੀ ਹੈ। ਬਿਲਕੁਲ ਸਹੀ ਗੱਲ। ਜਿਹੜਾ ਆਰਡੀਨੈਂਸ ਪਾਸ ਕਰਤਾ, ਆਪਾਂ ਪਿਛਲੇ ਪ੍ਰੋਗਰਾਮ 'ਚ ਕੀਤਾ ਸੀਗਾ, ਜੇ ਕਮਿੰਗ ਕੋਈ ਪਾਰਟੀ ਹੋਰ ਆ ਗਈ, ਜੇ ਬੀਜੇਪੀ ਨਾ ਰਹੀ, ਤੇ ਤੁਹਾਡਾ ਕੀ ਖਿਆਲ ਹੈ, ਇਹ ਐਗਜ਼ਿਸਟ ਕਰਦਾ ਰਹੂਗਾ ਇਸੇ ਤਰ੍ਹਾਂ ਹੀ? ਇਹਦੇ ਤੇ ਫਿਰ ਉਸੇ ਤਰ੍ਹਾਂ ਇਹਨੂੰ ਮੁਲਤਵੀ ਕਰਨਗੇ? ਡਾਊਟਫੁਲ ਹੈ, ਕਿਉਂਕਿ ਇਹ ਐਗਜ਼ਿਸਟ ਨਹੀਂ ਕਰੇਗਾ। ਜਿੱਥੋਂ ਤੱਕ ਇਹ ਐਕਸਪਰਟਸ ਮੰਨਦੇ ਨੇ ਕਿ ਇਹਨੂੰ ਫਿਰ ਤੋਂ ਰਿਵਰਸ ਕੀਤਾ ਜਾਏਗਾ ਔਰ ਆਲਰੇਡੀ ਜੋ ਚੱਲ ਰਿਹਾ ਉਸ ਨੂੰ ਹੀ ਚਲਾਇਆ ਜਾਏਗਾ। ਪਰ ਇਹ ਮੈਨੂੰ ਲੱਗਦਾ ਇਹਨਾਂ ਨੂੰ ਉਮੀਦ ਜ਼ਿਆਦਾ ਵਾ ਐਨਡੀਏ ਨੂੰ ਆਉਣ ਦੀ, ਦੁਬਾਰਾ ਪ੍ਰਧਾਨ ਮੰਤਰੀ ਤੀਜੀ ਵਾਰ ਮੋਦੀ ਸਾਹਿਬ ਦੇ ਬਣਨ ਦੀ। ਇਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਐਕਸ਼ਨ ਲੈ ਲਿਆ। ਹੋ ਸਕਦਾ ਉਹਨਾਂ ਨੂੰ ਅੰਦਰ ਖਾਤੇ ਪਤਾ ਲੱਗਾ ਕਿ ਆਉਣ ਵਾਲੀ ਸਰਕਾਰ ਸਾਡੀ ਬਣ ਜਾਣੀ ਹੈ, ਪਰ ਇਹ ਕਦੀ ਕਿਆਸਰਾਈ ਨਹੀਂ ਹੋ ਸਕਦੀ। ਲੋਕਾਂ ਦੇ ਮਨ ਦੀ ਜਿਹੜਾ ਭੇਤ ਨਹੀਂ ਪਾਇਆ ਜਾਂਦਾ, ਮਨ ਨੂੰ ਟਟੋਲਣਾ ਔਖਾ ਹੁੰਦਾ, ਲੋਕਾਂ ਦੀ ਨਬਜ਼ ਨੂੰ ਵੇਖਣਾ ਔਖਾ ਹੁੰਦਾ। ਪੰਜਾਬ 'ਚ ਕੀ ਹੋ ਗਿਆ, ਉਹੀ ਹਿੰਦੁਸਤਾਨ 'ਚ ਵੀ ਹੋ ਸਕਦਾ। ਬਿਲਕੁਲ, ਕਿਉਂਕਿ ਲੋਕਾਂ ਦੇ ਵਿੱਚ ਇਸ ਵਕਤ ਜੋ ਅਸੀਂ ਦੇਖਦੇ ਪਏ ਹਾਂ ਐਜ਼ ਮੀਡੀਆ ਪਰਸਨਸ, ਵਿਰੋਧ ਬਹੁਤ ਜ਼ਿਆਦਾ ਹੈ ਔਰ ਇੰਨਾ ਵਿਰੋਧ ਪਹਿਲਾਂ ਕਦੀ ਦੇਖਿਆ ਨਹੀਂ ਗਿਆ। ਬਿਲਕੁਲ। ਔਰ ਦੇਖੋ ਕੀ ਨਤੀਜਾ ਨਿਕਲਦਾ ਹੈ, ਕਿਉਂਕਿ 2024 ਦੀਆਂ ਇਲੈਕਸ਼ਨਸ ਦਿਲਚਸਪ ਹੋਣ ਵਾਲੀਆਂ ਨੇ ਕਿ ਕਿਸ ਵੇਲੇ, ਕਿਸ ਵਕਤ, ਕਿਹੜੀ ਕਰਵਟ ਬੈਠਦਾ ਹੈ ਟਾਈਮ। ਇਹ ਟਾਈਮ ਦਾ ਕੁਝ ਨਹੀਂ ਕਹਿ ਸਕਦੇ। ਆਪਾਂ ਅੱਗੇ ਚੱਲਦੇ ਹਾਂ ਕਿ ਟਾਈਮ ਦੇ ਨਾਲ ਹੁਣ ਪੰਜਾਬ ਵੀ ਆਪਣਾ ਬੰਦੋਬਸਤ ਕਰਦਾ ਪਿਆ ਕਿ ਥਾਂ ਦੇ ਉੱਤੇ ਜਿਹੜੇ ਸੜਕਾਂ 'ਤੇ ਹਾਦਸੇ ਹੁੰਦੇ ਨੇ ਜਾਂ ਹੋਰ ਗਤੀਵਿਧੀਆਂ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਹੁੰਦੀਆਂ ਨੇ, ਕੋਈ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਸਭ ਨਿਗਰਾਨੀ ਵਾਸਤੇ ਹੁਣ ਥਾਂ ਦੇ ਉੱਤੇ ਕੈਮਰੇ ਲੱਗਣਗੇ। ਹੁਣ ਇਹਦੇ 'ਚ ਇੱਕ ਗੁਜ਼ਾਰਿਸ਼ ਜ਼ਰੂਰ ਹੈ ਕਿ ਕੈਮਰੇ ਲੱਗਣ ਤਾਂ ਸਹੀ ਤਰੀਕੇ ਨਾਲ ਸਾਰਾ ਕੰਮ ਹੋਵੇ। ਇਹ ਨਾ ਹੋਵੇ ਕਿ ਇਹਦੇ ਵਿੱਚ ਵੀ ਜਿਹੜੇ ਉਹ ਬਾਗੜ ਬਿੱਲੇ ਬੈਠੇ ਨੇ ਨਾ, ਉਹ ਕਹਿਣ ਹੁਣ ਜੀ ਪੈਸੇ ਖਾਣ ਦਾ ਸਾਨੂੰ ਇੱਕ ਹੋਰ ਮੌਕਾ ਮਿਲਦਾ ਪਿਆ, ਸਸਤੇ ਕੈਮਰੇ ਲਾਵਾਂਗੇ, ਵੱਡੀਆਂ ਰਕਮਾਂ ਕਮਾਵਾਂਗੇ, ਘੱਟ ਕੀਮਤ ਦੇ ਕੈਮਰੇ ਖਰੀਦਾਂਗੇ, ਵੱਧ ਕੀਮਤ ਕੋਟ ਕਰਾਂਗੇ, ਵੱਧ ਕੀਮਤ ਦੇ ਬਿੱਲ ਬਣਵਾਵਾਂਗੇ, ਇੰਨੇ ਪੈਸੇ ਅਸੀਂ ਅੰਦਰ ਕਰਾਂਗੇ। ਇਹ ਬਾਗੜ ਬਿੱਲਿਆਂ ਦਾ ਇੰਤਜ਼ਾਮ ਪਹਿਲਾਂ ਕਰ ਲਓ ਤਾਂ ਕਿ, ਕਿਉਂਕਿ ਜਿਹੜੇ ਕੈਮਰੇ ਲੱਗਣੇ ਨੇ ਨਾ, ਉਹਦੇ 'ਚ ਕਰਪਸ਼ਨ ਨਾ ਹੋਵੇ। ਲੋਕਾਂ ਦੀ ਸਿਕਿਉਰਿਟੀ ਦਾ ਮਾਮਲਾ ਹੈ। ਇਹ ਨਾ ਹੋਵੇ 4 ਦਿਨ ਚੱਲਣ, ਮਾਨ ਸਾਹਿਬ ਫੀਤਾ ਕੱਟ ਦੇਣ ਔਰ 4 ਦਿਨ ਤੋਂ ਬਾਅਦ ਕੈਮਰੇ ਆਫ, ਲੋਕੀ ਪੱਟ ਕੇ ਲੈ ਜਾਣ ਜਾਂ ਕੈਮਰੇ ਚੱਲਣ ਹੀ ਨਾ। ਇਹੋ ਜਿਹੇ ਕੰਮ ਨਹੀਂ ਹੋਣੇ ਚਾਹੀਦੇ। ਸੜਕ ਸੁਰੱਖਿਆ ਦੇ ਬਾਰੇ ਇੱਕ ਇਹਨਾਂ ਨੇ ਐਲਾਨ ਕਰ ਦਿੱਤਾ ਸੀ, ਉਹਦੇ ਵਿੱਚ ਉਹਨਾਂ ਨੇ ਫੋਰਸ ਬਣਾ ਦਿੱਤੀ ਸੀ, ADGP ਨਵੇਂ ਆ ਗਏ ਸੀ ਉਹਦੇ ਵਿੱਚ, ਔਰ ਉਹ ਕਰ ਦਿੱਤਾ ਉਹਨਾਂ ਨੇ ਕਿ ਇੱਕ ਸੁਰੱਖਿਆ ਫੋਰਸ ਹੋਏਗੀ ਜਿਹੜੀ ਹਾਈਵੇ 'ਤੇ ਘੁੰਮੇਗੀ ਔਰ ਕੋਈ ਹਾਦਸਾ ਹੋਊਗਾ ਉਹਨੂੰ ਚੁੱਕਣਗੇ, ਹਾਦਸੇ ਨੂੰ ਕੰਟਰੋਲ ਕਰਨਗੇ ਔਰ ਜਿਹੜਾ ਕੋਈ ਗਲਤ ਟਰਨਿੰਗ ਲਏਗਾ ਜਾਂ ਕੁਝ ਕਰੇਗਾ ਉਹਨੂੰ ਆਪਣੇ ਤਰੀਕੇ ਨਾਲ ਨਜਿੱਠਣਗੇ। ਔਰ ਦੂਜਾ ਹੁਣ ਮਸਲਾ ਆ ਗਿਆ CCTV ਕੈਮਰੇ, ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਲੱਗੇ ਹਰ ਟਰਨ 'ਤੇ, ਹਰ ਮੋੜ 'ਤੇ। ਉਹਦੇ ਵਿੱਚ ਤੁਹਾਡੀ ਗੱਡੀ ਨੇ ਟਰਨ ਵੱਖਰੀ ਗਲਤ ਲਈ ਜਾਂ ਤੇਜ਼ ਚੱਲ ਰਹੀ ਹੈ, ਸਪੀਡ ਤੋਂ ਉੱਪਰ ਚੱਲ ਰਹੀ ਹੈ, ਤੇ ਤੁਹਾਨੂੰ ਘਰੇ ਹੀ ਉਹਦਾ ਚਲਾਨ ਹੋ ਕੇ ਆ ਜਾਊਗਾ ਪੈਸਾ। ਔਰ ਲੋਕਾਂ ਨੂੰ ਇਹਨਾਂ ਨੂੰ ਸੁਚੇਤ ਕਰਤਾ ਕਿ ਤਰੀਕੇ ਨਾਲ ਚਲਾਓ ਗੱਡੀਆਂ, ਹਾਦਸਿਆਂ ਨੂੰ ਰੋਕੋ, ਸੜਕ ਦੇ ਆਪਣੇ ਨਿਯਮਾਂ ਨੂੰ ਪਾਲਣਾ ਕਰੋ ਤਾਂ ਕਿ ਸਾਰੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਇਆ ਜਾ ਸਕੇ। ਇਹ ਬਹੁਤ ਵੱਡਾ ਫੈਸਲਾ ਇਹਨਾਂ ਦਾ ਆਇਆ ਪੰਜਾਬ ਗੌਰਮੈਂਟ ਦਾ। ਔਰ CCTV ਕੈਮਰੇ ਜਿਹੜੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਤੁਸੀਂ ਕਿਹਾ ਬਾਗੜ ਬਿੱਲੇ ਨਾ ਆ ਜਾਣ। ਮੈਂ ਨਾ ਉਹ ਬਾਗੜ ਬਿੱਲੇ ਤੋਂ ਬਾਅਦ ਆਪ ਵੀ ਮੰਤਰੀ ਜਾਂ ਆਪ ਵੀ ਵਿਧਾਇਕ ਔਰ ਇੱਥੋਂ ਦੇ ਜਿਹੜੇ ਮੁੱਖ ਮੰਤਰੀ, ਉਹ ਆਪ ਹੀ ਨਾ ਖਲੋ ਕੇ ਚੌਕ 'ਚ ਉੱਥੋਂ ਬੋਲਿਆ ਕਰਨ ਕਿ ਕੈਮਰੇ ਤੇ ਲੱਗੇ ਹੀ ਆ, ਫਿਕਸ ਅਸੀਂ ਬੋਲੀਏ, ਇੱਥੋਂ ਐਡਵਰਟਾਈਜ਼ਮੈਂਟ ਉੱਥੋਂ ਨਾ ਜਾਵੇ। ਉਹਨਾਂ ਨੂੰ ਵੇਖਣ ਲਈ ਲੋਕ ਫਿਰ ਉੱਥੇ ਇਕੱਠੇ ਹੋ ਜਾਣ, ਫਿਰ ਜ਼ਿਆਦਾ ਹੋ ਜਾਏ ਤੇ ਫਿਰ ਹਾਦਸੇ ਹੋਣ, ਫਿਰ ਲੋਕ ਮਰਨ, ਫਿਰ ਜਿਹੜੇ ਲੋਕ ਬਿਮਾਰ ਵਿਚਾਰੇ ਜਾ ਰਹੇ ਉਹਨਾਂ ਨੂੰ ਰੋਕ ਲੈਣ। ਅੱਗੇ ਵੀ ਜਿਹੜੇ ਸਾਡੇ ਧਾਰਮਿਕ ਸਮਾਗਮ ਹੁੰਦੇ ਆ ਨਾ, ਸੜਕਾਂ 'ਤੇ ਹੁੰਦੇ ਆ। ਇਹ ਸਿਰਫ ਇੰਡੀਆ 'ਚ ਹੁੰਦੇ ਆ, ਪੰਜਾਬ 'ਚ ਹੁੰਦੇ ਆ ਔਰ ਪਾਰਕਾਂ 'ਚ ਨਹੀਂ ਹੁੰਦੇ, ਸੜਕਾਂ 'ਤੇ ਹੁੰਦੇ ਆ।
ਜੇ ਅਸੀਂ ਕਹਿ ਦਈਏ ਕੋਈ ਵੀ ਧਰਮ ਹੈਗਾ ਉਹਦੇ 'ਚ ਸਾਰੇ ਧਰਮਾਂ ਦੇ ਅਸੀਂ ਗੱਲ ਕਰਦੇ ਇੱਕ ਦੀ ਨਹੀਂ, ਉੱਥੇ ਹੁੰਦਾ ਸਾਰਾ ਕੁਝ। ਪਰਮਿਸ਼ਨ ਉਹਨਾਂ ਨੂੰ ਇੱਥੋਂ ਕਾਰਪੋਰੇਸ਼ਨ ਤੋਂ ਮਿਲ ਜਾਂਦੀ ਆ। ਫਿਰ ਉਹ ਰਾਤ ਨੂੰ ਸੜਕਾਂ ਬੰਦ ਰਹਿੰਦੀਆਂ, ਉੱਥੇ ਸਟੇਜ ਲੱਗੇ ਹੁੰਦੇ ਆ, ਗਾਉਣ ਵਾਲੇ ਗਾਉਂਦੇ ਹੁੰਦੇ ਤੇ ਲੋਕ ਵਿਚਾਰੇ ਉੱਥੇ ਲੰਘ ਨਹੀਂ ਸਕਦੇ। ਮੇਲੇ ਵੀ ਲੱਗਦੇ ਸੜਕਾਂ ਤੇ। ਇਹ ਵੀ ਸਾਡੇ ਜਿਹੜੀ ਰਹੁ ਰੀਤ ਆ ਜਾਂ ਸਾਡੇ ਲੋਕਾਂ ਦੀ ਸੋਚ ਆ, ਇਹਨਾਂ ਨੂੰ ਦੂਰ ਰਹਿਣਾ ਚਾਹੀਦਾ ਇਸ ਤੋਂ। ਸੜਕਾਂ ਤੁਰਨ ਲਈ ਹੈ, ਨਾ ਕਿ ਮੇਲਿਆਂ ਲਈ ਹੈਗੀ। ਸੜਕਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਜਾਣ ਲਈ ਹੈਗੀਆਂ, ਵਹੀਕਲਾਂ ਦੌੜਨ ਲਈ ਹੈਗੀਆਂ, ਐਮਰਜੈਂਸੀ 'ਚ ਲੋਕਾਂ ਨੇ ਜਾਣਾ ਹੈਗਾ, ਆਵਾਜਾਈ ਦੇ ਸਾਧਨ ਹੈਗੇ, ਨਾ ਕਿ ਸਾਧਨ ਦੇ ਸਾਧਨ ਹੈਗੇ, ਨਾ ਕਿ ਇੰਟਰਟੇਨਮੈਂਟ ਦੇ ਸਾਧਨ ਹੈਗੇ ਆ। ਇਹ ਲੋਕਾਂ ਨੂੰ ਇਸ ਗੱਲੋਂ ਤੋਂ ਸੰਕੋਚ ਕਰਨਾ ਚਾਹੀਦਾ। ਬਾਹਰਲੇ ਦੇਸ਼ਾਂ ਤੋਂ ਹੀ ਸਿੱਖ ਲੈਣਾ ਚਾਹੀਦਾ। ਉਹ ਕਦੀ ਸੜਕ 'ਤੇ ਨਹੀਂ ਕਰਨ ਦਿੰਦੇ। ਅਸੀਂ ਉੱਥੇ ਇਲੈਕਸ਼ਨ ਹੈਗੀ ਆ, ਉੱਥੇ ਆਪਣੇ ਲਾ ਦਿੰਦੇ ਬੋਰਡ, ਉੱਥੇ ਲਾ ਦਿੰਦੇ ਇਹਨੂੰ ਵੋਟਾਂ ਪਾਓ, ਆਹ ਚੋਣ ਨਿਸ਼ਾਨ ਆ ਫਲਾਣਾ, ਉਹ ਸੜਕਾਂ 'ਤੇ ਲਾ ਦਿੰਦੇ ਆ, ਚੌਰਾਹਿਆਂ 'ਚ ਚੌਂਕਾਂ 'ਚ ਲਾ ਦਿੰਦੇ। ਇਹ ਗਲਤ ਚੀਜ਼ਾਂ ਨੇ, ਤਾਂ ਕਿ ਲੋਕਾਂ ਨੂੰ ਹਾਦਸਿਆਂ ਦਾ ਤਦੇ ਸੜਕਾਂ ਤੇ ਲਾਣਾ ਕਿ ਸੜਕਾਂ ਪੱਟ ਦਿੰਦੇ ਆ। ਸੜਕਾਂ ਪੱਟ ਦਿੰਦੇ, ਸੜਕਾਂ ਪੱਟ ਕੇ ਮੰਤਰੀ ਸਾਹਿਬ ਨੇ ਆਉਣਾ, ਸਵਾਗਤ ਵਾਸਤੇ ਗੇਟ ਬਣਾਉਣਾ ਹੈ। ਉਹ ਗੇਟ ਬਣਾਉਣ ਲਈ ਖੰਭਾ ਕੱਢਣਾ ਹੈ, ਖੰਭਾ ਕੱਢਣ ਲਈ ਸੜਕ ਪੱਟਣੀ ਜ਼ਰੂਰੀ ਹੈ। ਸਹੀ ਗੱਲ। ਇਦਾਂ ਕੀ ਹੋ ਰਿਹਾ ਹੈ? ਮੰਤਰੀ ਸਾਹਿਬ ਬਿਨਾਂ ਸਵਾਗਤੀ ਗੇਟ ਤੋਂ ਨਹੀਂ ਆ ਸਕਦੇ? ਆ ਸਕਦੇ ਨੇ। ਸੋ ਮਾਨ ਸਾਹਿਬ ਮੰਤਰੀ ਕਿਤੇ ਅਰਸ਼ੋਂ ਥੋੜੇ ਆਏ, ਆਪਣੇ ਮੰਤਰੀ ਗਏ ਇਹਨਾਂ ਸੜਕਾਂ ਤੇ ਤੁਰੇ ਆ, ਇੱਥੇ ਪੜੇ ਆ, ਇੱਥੇ ਗੁਣੇ ਆ, ਇੱਥੇ ਸਾਰਾ ਕੁਝ ਜੰਮੇ ਪੜੇ ਆ, ਉਹਨਾਂ ਨੂੰ ਇੱਥੇ ਪਤਾ ਹੈਗਾ। ਉਹ ਕਿਤੇ ਉਹ ਤਾਂ ਨਹੀਂ ਹੈਗੇ ਕਿ ਇੰਗਲੈਂਡ ਤੋਂ ਆਏ ਆ, ਆਪਣੇ ਹੀ ਇੰਗਲੈਂਡ ਤੋਂ ਵੀ ਆਏ ਹੁਣ, ਹੈਗੇ ਤਾਂ ਬੰਦੇ ਹੀ ਹੈ, ਨੇ, ਤਾਂ ਮੰਤਰੀ ਆ। ਬਿਲਕੁਲ ਸਹੀ ਗੱਲ ਹੈ। ਇਸ ਕਰਕੇ ਸੁਰੱਖਿਆ ਵਾਸਤੇ ਕੈਮਰੇ ਲਾਓ ਜੀ, ਸਦਕੇ ਲਾਓ, ਪਰ ਪਹਿਲਾਂ ਕੈਮਰਿਆਂ ਦੀ ਸੁਰੱਖਿਆ ਕਰ ਲਵੋ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਪਾਂ ਅੱਗੇ ਵਧੀਏ। ਆਪਣਾ ਇੱਕ ਅੰਤਿਮ ਮਸਲਾ ਹੈ ਕਿ ਤੋਸ਼ਾਖਾਨਾ ਵਿੱਚ ਪਾਕਿਸਤਾਨ ਦਾ ਮਸਲਾ ਮੈਂ ਲੈ ਰਿਹਾ। ਬਹੁਤ ਵੱਡਾ ਮਸਲਾ ਹੈ। ਤੋਸ਼ਾਖਾਨਾ ਵਿੱਚ ਜਿਹੜੀ ਚੋਰੀ ਹੋਈ ਹੈ ਉਸ ਦੇ ਕਾਰਨ ਪਾਕਿਸਤਾਨ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਸਾਹਿਬ, ਉਹ ਗ੍ਰਿਫਤਾਰ ਹੋ ਗਏ ਨੇ। ਤੇ ਕੁਝ ਇਹ ਵੀ ਖਬਰਾਂ ਆ ਰਹੀਆਂ ਨੇ ਕਿ 9 ਅਗਸਤ ਨੂੰ ਸ਼ਾਇਦ ਅਸੈਂਬਲੀ ਭੰਗ ਹੋ ਜਾਵੇ ਪਾਕਿਸਤਾਨ ਦੀ। ਫਿਰ ਇੱਕ ਕੋਈ ਜਿਹਨੂੰ ਕਹਿੰਦੇ ਨਾ ਵਰਕਿੰਗ ਪ੍ਰਾਈਮ ਮਿਨਿਸਟਰ, ਕੋਈ ਕਾਰਜਕਾਰੀ ਪ੍ਰਧਾਨ ਮੰਤਰੀ ਮਿਲੇਗਾ, ਔਰ ਉੱਥੇ ਵੀ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ। ਹਾਂ, ਇਹ ਸਾਬਕਾ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਜੀ, ਪਾਕਿਸਤਾਨ ਦੇ ਔਰ ਬਹੁਤ ਵੱਡੇ ਕ੍ਰਿਕਟ ਦੇ ਮੰਨੇ ਪ੍ਰਮੰਨੇ ਖਿਡਾਰੀ ਵੀ ਨੇ, ਔਰ ਇੰਡੀਆ ਨਵਜੋਤ ਸਿੱਧੂ ਦੇ ਬਹੁਤ ਅੱਛੇ ਮਿੱਤਰ ਨੇ, ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਲੋਕ ਇਹਨਾਂ ਨੂੰ ਬੜੇ ਸਤਿਕਾਰ ਨਾਲ ਤੇ ਪਿਆਰ ਨਾਲ ਬੁਲਾਉਂਦੇ ਸੀਗੇ। ਪਰ ਇਹਨਾਂ ਦੇ ਪਹਿਲਾਂ ਇੱਕ ਗੋਲੀ ਵੀ ਵੱਜੀ ਸੀ, ਕਿਤੇ ਹਜੂਮ ਨੇ ਵਿੱਚੋਂ ਗੋਲੀ ਮਾਰਤੀ ਸੀ ਇਹਨਾਂ ਦੇ ਪੈਰ 'ਤੇ, ਉਦੋਂ ਮਸਾਂ ਬਚੇ ਆ। ਜੇ ਗੋਲੀ ਉੱਪਰ ਲੱਗਦੀ, ਕਿਤੇ ਲੱਗਦੀ ਤੇ ਖਤਮ ਵੀ ਹੋ ਸਕਦੇ ਸੀ। ਹੁਣ ਜਿਹੜਾ ਆ ਇਲਜ਼ਾਮ ਲੱਗਾ ਇਹਨਾਂ 'ਤੇ ਤੋਸ਼ਾਖਾਨਾ, ਜਿਹਦੇ ਵਿੱਚੋਂ ਇਹਨਾਂ ਨੇ ਬਹੁਤ ਜ਼ਿਆਦੀਆਂ ਕੀਮਤੀ ਚੀਜ਼ਾਂ ਲਿਆ ਕੇ ਵੇਚੀਆਂ। ਤੋਸ਼ਾਖਾਨਾ ਮਤਲਬ ਹੁੰਦਾ, ਆਪਣੇ ਵੀ ਆਲੇ ਦੁਆਲੇ ਇੱਥੇ ਹੈਗੇ ਤੋਸ਼ਾਖਾਨਾ, ਜਿਹਦੇ ਵਿੱਚ ਬਹੁਤ ਬੇਕੀਮਤੀ ਚੀਜ਼ਾਂ ਰੱਖੀਆਂ ਜਾਂਦੀਆਂ। ਉਹ 'ਚ ਰਾਇਲ ਸਟਾਏ ਗੱਡੀਆਂ ਦਾ, ਉਹਦੇ 'ਚ ਬਾਕੀ ਪੈਸੇ ਵਾਲੀਆਂ ਘੜੀਆਂ, ਔਰ ਉਹਦੇ 'ਚ ਪੈਨ ਜਿਹੜੇ ਇਹਨਾਂ ਨੂੰ ਮਿਲੇ ਸੀ ਐਜ਼ ਗਿਫਟ ਮਿਲਦੇ ਸੀ। ਔਰ ਉਹਦੇ ਵਿੱਚ ਕਿਹਨਾਂ ਨੂੰ ਮਿਲਦੇ ਆ? ਉਹ ਪ੍ਰੈਜ਼ੀਡੈਂਟ ਰੱਖ ਸਕਦਾ, ਰਾਸ਼ਟਰਪਤੀ, ਸਰਕਾਰੀ ਤੋਹਫੇ, ਸਰਕਾਰੀ ਤੋਹਫੇ, ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ, ਮੰਤਰੀ, ਉਹਦੇ 'ਚ ਜਿਹੜੇ ਮੁੱਖ ਮੰਤਰੀ ਨੇ ਜਾਂ ਜਿਹੜੇ ਉਹ ਕੇਂਦਰ ਨਾਲ ਬਾਕੀ ਜੁੜੇ ਨੇ, ਉਹ 'ਚ ਚੀਜ਼ਾਂ ਰੱਖਦੇ ਜਿਹੜੀਆਂ ਉਹਨਾਂ ਨੂੰ ਮਿਲਦੀਆਂ, ਉਹ ਸਜਾਵਟ ਲਈ ਉੱਥੇ ਰੱਖਦੇ, ਨਾ ਕਿ ਘਰ ਖੜਦੇ ਆ। ਇਹਨਾਂ ਦੇ ਇਲਜ਼ਾਮ ਲੱਗਾ ਕਿ ਇਹਨਾਂ ਨੇ ਉਹ ਚੀਜ਼ਾਂ ਲਿਆ ਕੇ ਵੇਚ ਕੇ ਉੱਥੋਂ ਸਸਤੇ ਰੇਟ 'ਤੇ 6-7 ਕਰੋੜ ਦਾ ਪੈਸਾ ਜਿਹੜਾ ਉਹ ਲਿਆ, ਜਿਹਦੇ ਵਿੱਚ ਬਾਹਰ ਜਾਂਦੇ ਰਹੇ ਆ, ਔਰ ਬਾਹਰ ਜਾਣ ਤੋਂ ਬਾਅਦ ਉਹ ਵੀ ਖਰਚਾ ਜਿਹੜਾ ਉੱਥੋਂ ਲਿਆ ਕੇ ਆਪਣੀ ਜੇਬ ਵਿੱਚ ਪਾਇਆ, ਔਰ ਤੋਸ਼ਾਖਾਨਾ ਦੀਆਂ ਚੀਜ਼ਾਂ ਜਿਹੜੀਆਂ ਵੇਚ ਕੇ ਵੀ ਆਪਣੀ ਜੇਬ ਵਿੱਚ ਪਾਈਆਂ, ਔਰ 'ਚੋਂ ਗੱਡੀਆਂ ਵੇਚੀਆਂ ਇਹਨਾਂ ਨੇ। ਬਹੁਤ ਗੱਡੀਆਂ ਦੇ ਵੇਚਣ ਦਾ ਇਹਨਾਂ ਨੇ ਕਿਹਾ ਸੀ ਕਿ ਇਸ ਵੇਲੇ ਖਜ਼ਾਨਾ ਬਿਲਕੁਲ ਖਤਮ ਹੋ ਚੁੱਕਿਆ, ਜਿੱਦਾਂ ਪੰਜਾਬ ਦਾ ਆਪਣਾ ਦਾ ਖਜ਼ਾਨਾ ਖਤਮ ਆ। ਉਹਨਾਂ ਕਿਹਾ ਪੈਸਾ ਇਹ 'ਚ ਜਮ੍ਹਾਂ ਕਰਨਾ, ਜ਼ਮੀਨਾਂ ਵੇਚੀਆਂ, ਔਰ ਜਿੱਦਾਂ ਇੰਡੀਆ 'ਚ ਵੀ ਬਹੁਤ ਕੁਝ ਵਿਕ ਰਿਹਾ, ਉਹਦੇ ਵਿੱਚ ਮੌਜੂਦਾ ਜਿਹੜੀਆਂ ਸਰਕਾਰਾਂ ਨੇ ਵੇਚ ਰਹੀਆਂ ਉਹਨਾਂ ਵੀ ਵੇਚਿਆ। ਹੁਣ ਉਹ ਸਾਰੇ ਇਲਜ਼ਾਮ ਲੱਗ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਔਰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਵੇਲੇ ਅੰਦਰ ਆਏ। ਔਰ ਉਹ ਪਤਾ ਕੀ ਹੈਗਾ, ਜਿਹੜੀ ਪਾਕਿਸਤਾਨ ਸਰਕਾਰ ਹੈਗੀ ਆ, ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਹੈਗੀ ਆ, ਕੋਈ ਵੀ ਹੋਵੇ ਉਹ ਕੁਇੱਕ ਫੈਸਲਾ ਲੈਂਦੇ ਆ, ਉਹਨਾਂ ਦੇ ਪਿੱਛੇ ਆਰਮੀ ਹੈ। ਜਿਸ ਕਿਸੇ ਨੇ ਤਿਰੜ ਫਿੜ ਕੀਤੀ ਤਾਂ ਚੁੱਕ ਕੇ ਉਹਦੀ ਧੌਣੋਂ ਫੜ ਕੇ ਅੰਦਰ ਕਰ ਦਿੰਦੇ ਆ। ਉਹ ਇਸ ਗੱਲੋਂ ਬਹੁਤ ਹੈਗੇ ਆ। ਇਸ ਕਰਕੇ ਉੱਥੇ ਬਹੁਤ ਘੱਟ ਅਪਰਾਧ ਹੁੰਦੇ ਆ, ਕਿਉਂਕਿ ਬੰਦਾ ਇਸ ਇੱਕਦਮ ਫੜ ਲੈਂਦੇ ਆ। ਸਾਡੀ ਜੁਡੀਸ਼ਰੀ, ਸਾਡਾ ਲੋਕਤੰਤਰ ਇਸ ਪਾਸੇ ਆ ਜਾਂਦਾ, ਪਹਿਲਾਂ ਉਹਦਾ ਸਬੂਤ ਇਕੱਠੇ ਕਰੋ, ਫਿਰ ਉਹਦੇ 'ਤੇ ਗਵਾਹੀਆਂ ਇਕੱਠੀਆਂ ਕਰੋ। ਬੰਦੇ ਮਾਰ ਕੇ ਵੀ ਲੋਕ ਬਾਹਰ ਫਿਰਦੇ ਆ, ਉਹਦੇ ਗਵਾਹ ਮੁੱਕਰ ਜਾਂਦੇ ਆ, ਭੱਜ ਜਾਂਦੇ ਆ। ਸਾਡੇ ਦੇਸ਼ ਦੀ ਜੁਡੀਸ਼ਰੀ ਹੋਰ ਆ, ਉਹਨਾਂ ਦੀ ਜੁਡੀਸ਼ਰੀ ਜਿਹੜੀ ਆ ਇਸ ਤਰ੍ਹਾਂ ਦੀ ਹੈਗੀ, ਫੜ ਕੇ ਤੁਹਾਨੂੰ ਅੰਦਰ ਕਰ ਦਿੰਦੇ। ਇਹੀ ਮੁਸਲਮਾਨ ਕੰਟਰੀ ਜਿਹੜੀਆਂ ਵੀ ਹੈਗੀ, ਦੁਬਈ, ਕਤਰ, ਦੋਹਾ, ਜਿੱਥੇ ਵੀ UAE, ਜਿੱਥੇ ਜਾਓਗੇ ਉੱਥੇ ਸਜ਼ਾਵਾਂ ਬੜੀਆਂ ਸਖਤ ਆ। ਕਿਸੇ ਨੇ ਰੇਪ ਕੀਤਾ, ਸ਼ਰੇਆਮ ਹੀ ਉਹਦੀ ਫਾਂਸੀ ਦਿੰਦੇ ਆ। ਉਹਨਾਂ ਨੇ ਇਹ ਕਿਹਾ ਲੈਸਨ ਹੁੰਦਾ ਵੀ ਅੱਗੇ ਤੋਂ ਕੋਈ ਹੋਰ ਹੀਲਾ ਨਾ ਕਰੇ ਇਸ ਅਪਰਾਧ ਨੂੰ ਰਿਪੀਟ ਕਰਨ ਦਾ। ਕੈਪੀਟਲ ਪਨਿਸ਼ਮੈਂਟ ਦਾ ਕਨਸੈਪਟ ਜਿਹੜਾ ਨਾ ਕਈ ਦੇਸ਼ਾਂ 'ਚ ਹਜੇ ਚੱਲਦਾ ਪਿਆ, ਪਰ ਜ਼ਿਆਦਾਤਰ ਕੰਟਰੀਜ਼ ਦੇ ਵਿੱਚ ਇਹ ਨਹੀਂ ਰਿਹਾ।
ਸੋ ਇਹ ਨੇ ਅੱਜ ਦੇ ਮਸਲੇ ਔਰ ਜੀ, ਅਸੀਂ ਜੀ। ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲੀਏ। ਜ਼ਰੂਰ। ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਅਕਾਲ।